ਸਤਿ ਸ਼੍ਰੀ ਅਕਾਲ, ਆਦਾਬ। ਮੈਂ ਹਾਂ ਬਲਬੀਰ ਜੰਡੂ, ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਹਰਿਆਣਾ ਦੇ ਨੂੰਹ ਜ਼ਿਲ੍ਹੇ ਵਿੱਚ ਜੋ ਕੁਝ ਵਾਪਰਿਆ, ਉਹਨਾਂ ਘਟਨਾਵਾਂ ਦਾ ਅਸਰ ਹੋਰਨਾਂ ਥਾਵਾਂ ਤੇ ਵੀ ਦੇਖਣ ਨੂੰ ਮਿਲ ਰਿਹਾ। ਜਿਸ ਤਰ੍ਹਾਂ ਕਿ ਆਜ਼ਾਦੀ ਦੇ ਦਿਵਸ ਦੇ ਉੱਤੇ ਜਿਹੜੀ ਤਿਰੰਗਾ ਯਾਤਰਾ ਕੱਢੀ ਗਈ ਸਮਾਰਕਾਂ ਦੇ ਵਿੱਚ, ਪਾਣੀਪਤ ਦਾ ਇੱਕ ਏਰੀਆ ਹੈਗਾ ਉਸ ਦੇ ਵਿੱਚ, ਤਾਂ ਉੱਥੇ ਵੀ ਜਿਹੜੇ ਤਿਰੰਗਾ ਯਾਤਰੀ ਸੀਗੇ, ਉਹਨਾਂ ਨੇ ਇੱਕ ਮਸਜਿਦ ਵਿੱਚ ਜਾ ਕੇ ਉੱਥੇ ਨਾਅਰੇਬਾਜ਼ੀ ਕੀਤੀ ਔਰ ਉੱਥੇ ਤਿਰੰਗਾ ਝੰਡਾ ਚਲਾਉਣ ਦਾ ਉਹਨਾਂ ਨੇ ਯਤਨ ਕੀਤਾ। ਭਾਵੇਂ ਕਿ ਉਸ ਮਸਜਿਦ ਦੇ ਵਿੱਚ ਪਹਿਲਾਂ ਹੀ ਉਸ ਭਾਈਚਾਰੇ ਵੱਲੋਂ ਜਿਹੜਾ ਝੰਡਾ ਹੈ ਉਹ ਚਲਾ ਦਿੱਤਾ ਗਿਆ ਸੀ ਤਿਰੰਗਾ ਮਸਜਿਦ ਦੇ ਉੱਪਰ, ਪਰ ਉਸ ਦੇ ਬਾਵਜੂਦ ਉੱਥੇ ਟੈਨਸ਼ਨ ਇਸ ਕਰਕੇ ਬਣੀ ਰਹੀ ਕਿ ਉਸ ਏਰੀਏ ਦਾ ਇੱਕ ਲੜਕਾ 24 ਸਾਲਾ ਅਭਿਸ਼ੇਕ ਚੌਹਾਨ, ਉਹ ਜਿਸ ਦਿਨ ਨੂੰਹ ਦੇ ਵਿੱਚ ਘਟਨਾਵਾਂ ਵਾਪਰੀਆਂ ਤੇ ਜਿਹੜੇ ਉੱਥੇ 6 ਲੋਕ ਉਹਨਾਂ ਘਟਨਾਵਾਂ ਵਿੱਚ ਫਿਰਕੂ ਹਿੰਸਾ ਵਿੱਚ ਮਾਰੇ ਗਏ, ਉਹਨਾਂ ਦੇ ਵਿੱਚ ਉਹ ਵੀ ਸ਼ਾਮਲ ਸੀ ਤੇ ਉਸ ਕਰਕੇ ਉਸ ਇਲਾਕੇ 'ਚ ਤਣਾਅ ਬਣਿਆ ਹੋਇਆ ਸੀ। ਪਰ ਅਸੀਂ ਦੇਖਦੇ ਹਾਂ ਕਿ ਫਿਰਕੂ ਹਿੰਸਾ ਦਾ ਰੁਝਾਨ ਜਿਹੜਾ ਪਿਛਲੇ ਲੰਮੇ ਸਮੇਂ ਤੋਂ, ਖਾਸ ਕਰਕੇ ਜਦੋਂ ਤੋਂ ਨਰਿੰਦਰ ਮੋਦੀ ਦੀ ਸਰਕਾਰ ਆਈ ਹੈ ਕੇਂਦਰ 'ਚ, ਉਸ ਤੋਂ ਬਾਅਦ ਵਧਿਆ। ਇਸ ਤਰ੍ਹਾਂ ਦੀਆਂ ਘਟਨਾਵਾਂ ਅਸੀਂ ਪਹਿਲਾਂ ਮਣੀਪੁਰ ਦੇ ਵਿੱਚ ਵੀ ਦੇਖ ਚੁੱਕੇ ਹਾਂ। ਮਣੀਪੁਰ ਦੇ ਵਿੱਚ ਜੋ ਕੁਝ ਵਾਪਰਿਆ ਉਹ ਸਭ ਦੇ ਸਾਹਮਣੇ ਆ। ਤੇ ਉਸ ਤੋਂ ਇਲਾਵਾ ਜਿਹੜਾ ਹੈਗਾ ਕਿ ਜਿਹੜੇ ਅੰਕੜੇ ਸਰਕਾਰੀ ਤੌਰ ਤੇ ਵੀ ਆਏ ਆ ਸਾਹਮਣੇ ਕਿ ਕੱਲੇ ਦਿੱਲੀ ਦੇ ਵਿੱਚ ਹੀ 2016 ਤੋਂ ਲੈ ਕੇ 2020 ਤੱਕ 3400 ਤੋਂ ਵੱਧ ਜਿਹੜੀਆਂ ਫਿਰਕੂ ਹਿੰਸਾ ਦੀਆਂ ਘਟਨਾਵਾਂ ਜਾਂ ਵਾਰਦਾਤਾਂ ਹੋਈਆਂ। ਸੋ ਇਹ ਜਿਹੜੀ ਸਾਰੀ ਸਥਿਤੀ ਬਣ ਰਹੀ ਹੈ, ਇਸ ਸਥਿਤੀ ਦੇ ਉੱਤੇ ਵੱਖ-ਵੱਖ ਢੰਗ ਨਾਲ ਇਸ ਨੂੰ ਦੇਖਿਆ ਜਾ ਰਿਹਾ ਹੈ ਕਿ ਇੱਕ ਤਾਂ 2024 ਦੀਆਂ ਜਿਹੜੀਆਂ ਚੋਣਾਂ ਉਸ ਨੂੰ ਦੇਖਿਆ ਜਾ ਰਿਹਾ ਹੈ ਕਿ ਉਸ ਦੇ ਲਈ ਪੋਲਰਾਈਜੇਸ਼ਨ ਕਰਨ ਦੇ ਜਿਹੜੇ ਯਤਨ ਹੈ ਉਹ ਹੋ ਰਹੇ ਆ। ਤੇ ਬੇਸ਼ੱਕ ਇਹ ਜਿਹੜੀ ਨੂੰਹ ਵਿੱਚ ਹਿੰਸਾ ਹੋਈ, ਇਸ ਦੇ ਲਈ ਜਿਹੜੀ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੇ ਉੱਥੇ ਬ੍ਰਿਜ ਮੰਡਲ ਧਾਰਮਿਕ ਯਾਤਰਾ ਕੱਢੀ, ਉਸ ਦੇ ਕਾਰਨ ਜਿਹੜਾ ਇਹ ਸਾਰਾ ਕੁਝ ਜਿਹੜਾ ਉੱਥੇ ਇਸ ਤਰ੍ਹਾਂ ਦੀ ਭੜਕਾਹਟ ਹੋਈ ਔਰ ਇਹ ਸਾਰਾ ਕੁਝ ਵਾਪਰਿਆ। ਤੇ ਕਿਹਾ ਇਹ ਜਾਂਦਾ ਹੈ ਕਿ 2021 ਤੋਂ ਪਹਿਲਾਂ ਜਿਹੜਾ ਇਹ ਨੂੰਹ ਦਾ ਮੁਸਲਮਾਨਾਂ ਦੀ ਬਹੁਤ ਗਿਣਤੀ ਵਾਲਾ ਇਲਾਕਾ ਹੈ, ਉਸ ਵਿੱਚੋਂ ਇਹ ਯਾਤਰਾ ਕਦੇ ਵੀ ਨਹੀਂ ਸੀ ਲੰਘੀ। 2021 ਤੋਂ ਬਾਅਦ ਇਹ ਯਾਤਰਾ ਦਾ ਰੂਟ ਉਹ ਏਰੀਆ ਵੀ ਬਣਾਇਆ ਗਿਆ ਜਿੱਥੋਂ ਯਾਤਰਾ ਹੋ ਕੇ ਗੁਜ਼ਰਦੀ ਹੈਗੀ ਹੈ। ਤਾਂ ਉਸ ਦੇ ਵਿੱਚ ਹੁਣ ਜਿਹੜੇ ਉਸ ਦੇ ਖਾਸ ਕਰਕੇ ਦੋ ਜਿਹੜੇ ਨਾਂ ਉਦੋਂ ਸਾਹਮਣੇ ਆਏ, ਮੰਨੂ ਮਾਨੇਸਰ ਤੇ ਬਿੱਟੂ ਬਜਰੰਗੀ। ਤੇ ਬਿੱਟੂ ਬਜਰੰਗੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਹ ਹੁਣ ਪੁਲਿਸ ਦੀ ਹਿਰਾਸਤ 'ਚ ਹੈ, 14 ਦਿਨਾਂ ਉਹਦਾ ਪੁਲਿਸ ਰਿਮਾਂਡ ਹੈ। ਔਰ ਇਸ ਤਰ੍ਹਾਂ ਹੀ ਦੂਸਰੇ ਪਾਸੇ ਜਿਹੜੀਆਂ ਇੱਕ ਪੰਚਾਇਤਾਂ ਵੀ ਹਰਿਆਣੇ ਦੇ ਵਿੱਚ ਹੋ ਰਹੀਆਂ, ਜਿਹੜੀਆਂ ਕਿ ਭਾਈਚਾਰਕ ਸਦਭਾਵਨਾ ਲਈ ਕੰਮ ਕਰ ਰਹੀਆਂ। ਪਹਿਲਾਂ ਵੀ ਇੱਕ ਪੰਚਾਇਤ ਹੋਈ ਸੀ, ਤਾਂ ਹੁਣ ਕੱਲ ਇੱਕ ਹੋਰ ਪੰਚਾਇਤ ਜਿਹੜੀ ਹੈ ਸਾਂਗਵਾਨ ਭਾਈਚਾਰਾ ਔਰ ਫੋਕਟ ਭਾਈਚਾਰੇ ਦੀ ਜਿਹੜੀ ਪੰਚਾਇਤ ਹੈ ਉਹ ਹੋਈ ਹੈ। ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਮੰਨੂ ਮਾਨੇਸਰ ਨੂੰ ਗ੍ਰਿਫਤਾਰ ਕੀਤਾ ਜਾਵੇ, ਜਿਸ ਨੇ ਉਸ ਦਿਨ ਵੀਡੀਓ ਭੇਜ ਕੇ ਭੜਕਾਹਟ ਪੈਦਾ ਕੀਤੀ। ਪਰ ਇਸ ਦੇ ਨਾਲ ਇੱਕ ਚਰਚਾ ਇਹ ਵੀ ਹੈ ਕਿ ਇੱਕ ਇਮਾਮ ਨੇ ਵੀ ਇੱਕ ਮਸਜਿਦ ਦੇ ਵਿੱਚੋਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਿਹਦੇ ਕਰਕੇ ਵੀ ਵਾਇਲੈਂਸ ਨੂੰ ਉਤਸ਼ਾਹ ਮਿਲਿਆ। ਸੋ ਇਹ ਸਾਰੀ ਜਿਹੜੀ ਸਥਿਤੀ ਬਣੀ ਹੈ ਔਰ ਇਸ ਦਾ ਸਮੁੱਚੇ ਦੇਸ਼ ਦੇ ਉੱਤੇ ਤੇ ਆਉਣ ਵਾਲੇ ਸਮੇਂ 'ਚ ਜਿਹੜੀ ਫਿਰਕੂ ਹਿੰਸਾ ਹੈ ਉਸ ਦਾ ਕਿਸ ਤਰ੍ਹਾਂ ਦਾ ਰੁਝਾਨ ਹੋ ਸਕਦਾ ਹੈ, ਕਿਸ ਤਰ੍ਹਾਂ ਦੀ ਉਹਦੀ ਦਿਸ਼ਾ ਬਣ ਸਕਦੀ ਹੈ, ਜਾਂ ਜਿਹੜਾ ਸਾਡਾ ਭਾਈਚਾਰਾ ਜਿਸ ਢੰਗ ਨਾਲ, ਜਿਸ ਤਰ੍ਹਾਂ ਸੱਭਿਆਚਾਰ ਹੈ, ਸਾਡੀ ਸੰਸਕ੍ਰਿਤੀ ਹੈ, ਉਸ ਮੁਤਾਬਕ ਜਿਹੜੇ ਲੋਕ ਇਸ ਵੇਲੇ ਇਸ ਸਾਰੇ ਜਿਹੜੀ ਫਿਰਕੂ ਹਿੰਸਾ ਦੇ ਖਿਲਾਫ ਸਾਂਝੇ ਤੌਰ ਤੇ ਉੱਠ ਕੇ ਖੜੇ ਹੋ ਰਹੇ ਆ, ਜਿਸ ਤਰ੍ਹਾਂ ਖਾਪ ਪੰਚਾਇਤਾਂ ਨੇ, ਦੂਸਰੇ ਭਾਈਚਾਰੇ ਨੇ, ਤਾਂ ਉਹ ਕਿਸ ਤਰ੍ਹਾਂ ਦੀ ਅੱਗੇ ਹਾਲਤ ਬਣੇਗੀ, ਇਹ ਸਾਰੇ ਨੂੰ ਅਸੀਂ ਆਪਣੀ ਚਰਚਾ ਚਲਾਵਾਂਗੇ। ਇਸ ਚਰਚਾ ਦੇ ਲਈ ਸਾਡੇ ਅੱਜ ਵਿਸ਼ੇਸ਼ ਮਹਿਮਾਨ ਨੇ ਉੱਘੇ ਬੁੱਧੀਜੀਵੀ, ਉੱਘੇ ਰਾਜਸੀ ਚਿੰਤਕ ਸਤਨਾਮ ਚਾਨਾ ਜੀ ਤੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਜੀ। ਅਸੀਂ ਉਹਨਾਂ ਤੋਂ ਇਹ ਜਾਣਨਾ ਚਾਹਾਂਗੇ ਕਿ ਇਹ ਜਿਹੜੀ ਸਥਿਤੀ ਬਣੀ ਹੈ ਉਹ ਉਹਨਾਂ ਦੀ ਇਹਦੇ ਬਾਰੇ ਕੀ ਰਾਏ ਹੈ। ਚਾਨਾ ਜੀ, ਸਿੱਧੂ ਸਾਹਿਬ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 'ਚ। ਧੰਨਵਾਦ ਜੀ, ਧੰਨਵਾਦ। ਚਾਨਾ ਜੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਨੂੰਹ 'ਚ ਸਥਿਤੀ ਬਣੀ? ਇਹ ਮਣੀਪੁਰ ਦੇ ਤੋਂ ਗੱਲ ਸ਼ੁਰੂ ਹੋਈ ਹੈ ਤੇ ਮਣੀਪੁਰ 'ਚ ਵੀ ਉਸ ਤਰ੍ਹਾਂ ਹੀ ਅਜੇ ਵੀ ਘਟਨਾਵਾਂ ਵਾਪਰ ਰਹੀਆਂ। ਅੱਜ ਵੀ, ਕੱਲ ਵੀ ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਹਿੰਸਕ ਜਿਹੜੀਆਂ ਫਿਰਕੂ ਹਿੰਸਾ ਦੀਆਂ ਵਾਪਰੀਆਂ ਹੈਗੀਆਂ। ਤੇ ਨੂੰਹ ਵਿੱਚ ਵਾਪਰਨ ਤੋਂ ਬਾਅਦ ਜਿਸ ਤਰ੍ਹਾਂ ਸਮਾਲਖਾਂ 'ਚ ਜਿਸ ਤਰ੍ਹਾਂ ਦੀ ਸਥਿਤੀ ਬਣ ਗਈ ਸੀ ਤਣਾਅ ਵਾਲੀ, ਤਾਂ ਇਹਦਾ ਸਮੁੱਚੇ ਹਰਿਆਣੇ ਦੇ ਉੱਤੇ ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕੀ ਅਸਰ ਪਏਗਾ? ਤੇ ਜਿਸ ਤਰ੍ਹਾਂ ਖਾਪ ਪੰਚਾਇਤਾਂ ਤੇ ਸਿੱਖ ਭਾਈਚਾਰਾ ਤੇ ਹੋਰ ਗੁੱਜਰ ਭਾਈਚਾਰਾ, ਉਹ ਸਾਰੇ ਉੱਥੇ ਇਕੱਠੇ ਹੋ ਕੇ
ਇਸ ਗੱਲ ਲਈ ਡਟ ਗਏ ਹੈ ਕਿ ਕਿਸੇ ਨੂੰ ਵੀ ਅਸੀਂ ਜਿਹੜਾ ਹੈ ਘੱਟ ਗਿਣਤੀ ਜਿਹੜੇ ਫਿਰਕੇ ਆ ਉਹਨਾਂ ਲੋਕਾਂ ਨੂੰ ਹੱਥ ਨਹੀਂ ਲਾਉਣ ਦਿਆਂਗੇ ਤੇ ਅਸੀਂ ਇੱਥੇ ਅਮਨ ਜਿਹੜਾ ਹੈ ਉਸ ਦੀ ਬਹਾਲੀ ਲਈ ਕੰਮ ਕਰਾਂਗੇ ਤੇ ਭਾਈਚਾਰਕ ਸਾਂਝ ਲਈ ਕੰਮ ਕਰਾਂਗੇ ਤੇ ਜਿਹੜੇ ਸ਼ਰਾਰਤੀ ਹੈਗੇ ਆ, ਚਾਹੇ ਉਹ ਮੰਨੂ ਮਾਨੇਸਰ ਹੈ ਜਾਂ ਕੋਈ ਹੋਰ ਹੈ, ਉਹਨਾਂ ਨੂੰ ਕੋਈ ਵੀ ਗ੍ਰਿਫਤਾਰ ਕਰੇ ਪੁਲਿਸ। ਇੱਕ ਜੀ ਇੱਕ ਤਾਂ ਜੰਡੂ ਸਾਹਿਬ ਅਸੀਂ ਦੋਹਾਂ ਘਟਨਾਵਾਂ ਨੂੰ ਜਾਂ ਦੋਹਾਂ ਸਿਚੁਏਸ਼ਨਾਂ ਜਿਹੜੀਆਂ ਇੱਕ ਮਣੀਪੁਰ ਦੀ ਤੇ ਹਰਿਆਣੇ ਦੇ ਨੂਦ ਕਸਬੇ 'ਚ ਜੋ ਕੁਝ ਵਾਪਰਿਆ ਉਹਨਾਂ ਨੂੰ ਹੂਬਹੂ ਇਕੁਏਟ ਨਹੀਂ ਕਰ ਸਕਦੇ ਕਿਉਂਕਿ ਉਹਦਾ ਚਰਿੱਤਰ ਥੋੜਾ ਜਿਹਾ ਇਹਦੇ ਨਾਲੋਂ ਡਿਫਰੈਂਟ ਹੈਗਾ ਆ ਮਣੀਪੁਰ ਦਾ। ਲੇਕਿਨ ਜਿਸ ਨੌਬਤ ਨੂੰ ਉਹ ਪਹੁੰਚੀ ਆ ਸਾਰੀਆਂ ਘਟਨਾਵਾਂ ਉਹ ਬੇਹੱਦ ਚਿੰਤਾਜਨਕ ਸੀ। ਚਿੰਤਾਜਨਕ ਹੋਣ ਤੱਕ ਵੀ ਹੈ ਇਸ ਪੱਖ ਤੋਂ ਕਿ ਕੋਈ ਵੀ ਐਸਾ ਕਦਮ ਨਜ਼ਰ ਨਹੀਂ ਆਉਂਦਾ ਸੀਰੀਅਸ ਅੰਦਰੋਂ ਕਿ ਵੀ ਬਹੁਤ ਜ਼ਿਆਦਾ ਸਟੇਟ ਦੇ ਵਿੱਚ ਫੀਲਿੰਗ ਹੋ ਰਹੀ ਆ ਕਿ ਗਲਤ ਹੋ ਰਿਹਾ ਕੰਮ, ਇਹਨੂੰ ਰੋਕਿਆ ਕਿਵੇਂ ਜਾਣਾ, ਉਹਦੀ ਪਲੈਨਿੰਗ ਕੀ ਹੈ ਇਹਨੇ। ਦੂਸਰਾ ਇਹ ਆ ਕਿ ਜਦੋਂ ਨੂੰਹ ਦੇ ਵਿੱਚ ਘਟਨਾ ਵਾਪਰੀ ਤਾਂ ਉਹ ਐਂ ਲੱਗਦਾ ਸੀਗਾ ਕਿ ਇੱਕ ਚੇਨ ਕੁਛ ਬਣਾਈ ਜਾ ਰਹੀ ਆ। ਇੱਕ ਘਟਨਾ ਦੰਗਿਆਂ ਦੀ, ਫਸਾਦ ਦੀ, ਮਾਰ ਮਰਾਈਏ ਦੀ, ਔਰਤਾਂ ਦੀ ਬੇਪਤੀ ਦੀ, ਉਹ ਤਾਂ ਹੋ ਰਹੀ ਹੈ ਇੱਕ ਹੋਰ ਜਗ੍ਹਾ ਦੇ ਉੱਤੇ। ਦੂਸਰਾ ਇਹ ਹੈ ਕਿ ਦੋ ਭਾਈਚਾਰਿਆਂ ਦੇ ਦਰਮਿਆਨ ਭੜਕਾਹਟ ਦੀਆਂ, ਲੜਾਈ ਦੀਆਂ, ਸਿੱਧੀ ਟੱਕਰ ਦੀਆਂ ਜਿਹੜੀਆਂ ਸਥਿਤੀਆਂ ਪੈਦਾ ਕੀਤੀਆਂ ਜਾ, ਉਹ ਹੋਰ ਜਗ੍ਹਾ ਦੇ ਵਿੱਚ ਜਿਹਦਾ ਲੱਗਦਾ ਸੀਗਾ ਕਿ ਕੰਟੀਨਿਊਟੀ 'ਚ ਹੈ ਇਹ, ਕਿ ਇੱਕ ਕੋਈ ਕਿਸੇ ਪਲੈਨਿੰਗ ਦਾ ਹਿੱਸਾ ਹੈ ਜਿਹਦੇ ਬਾਰੇ ਲੋਕ ਚਿੰਤਾ ਵੀ ਕਰ ਰਹੇ ਸੀ ਔਰ ਉਹਦੇ ਬਾਰੇ ਕੁਝ ਸਿਆਸੀ ਲੀਡਰਾਂ ਨੇ ਇਹੋ ਜਿਹੇ ਬਿਆਨ ਵੀ ਦਿੱਤੇ ਕਿ ਇਹੋ ਜਿਹੀਆਂ ਯੋਜਨਾਵਾਂ ਜਿਹੜੀਆਂ ਉਹ ਤਿਆਰ ਕੀਤੀਆਂ ਜਾ ਰਹੀਆਂ। ਹੁਣ ਇਹ ਗੱਲ ਆ ਕਿ ਭੜਕਾਹਟ ਕਿਸ ਪਾਸਿਓਂ ਹੋਈ ਜਾਂ ਕਿਹਨੇ ਪ੍ਰੋਵੋਕੇਟ ਕੀਤਾ, ਜਦੋਂ ਅਸੀਂ ਏਦਾਂ ਇਹਨੂੰ ਦੇਖਾਂਗੇ ਤਾਂ ਫਿਰ ਐਂ ਲੱਗਦਾ ਆ ਕਿ ਦੋਹਾਂ ਪਾਸਿਆਂ ਤੋਂ ਕੁਛ ਨਾ ਕੁਛ ਜ਼ਰੂਰ ਹੋਇਆ। ਇੱਕ ਪਾਸੇ ਤੋਂ ਹੋਇਆ, ਦੂਸਰੇ ਪਾਸੇ ਤੋਂ ਵੀ ਹੋਇਆ ਔਰ ਪ੍ਰਵੋਕ ਕਰਨ ਦੀ ਕੋਸ਼ਿਸ਼ ਕੀਤੀ। ਚਾਨਾ ਜੀ ਉੱਥੇ ਕਹਿੰਦੇ ਆ ਕਿ ਪਹਿਲ ਜਿਹੜੀ ਹੈ, ਜਿਸ ਤਰ੍ਹਾਂ ਮੋਨੂ ਮਾਨੇਸਰ ਔਰ ਬਿੱਟੂ ਬਜਰੰਗੀ, ਇਹਨਾਂ ਨੇ ਵੀਡੀਓ ਪਾਈਆਂ ਸੀਗੀਆਂ ਔਰ ਉਹ ਵੀਡੀਓ ਬੜੀਆਂ ਭੜਕਾਹਟ ਵਾਲੀਆਂ ਸੀ ਤੇ ਬਕਾਇਦਾ ਕਿਹਾ ਗਿਆ ਸੀਗਾ ਕਿ ਤੁਹਾਡੇ ਜਿਹੜੇ ਦਮਾਦ ਹੈ ਉਹ ਆ ਰਿਹਾ, ਤੁਸੀਂ ਉਹਨਾਂ ਦੀ ਸਵਾਗਤ ਲਈ ਤਿਆਰੀ ਕਰ ਲਓ। ਇਸ ਕਿਸਮ ਦੀ ਜਿਹੜੀ ਭੜਕਾਹਟ ਉਹ ਇੱਕ ਧਿਰ ਵੱਲੋਂ ਪਹਿਲਾਂ ਸ਼ੁਰੂ ਕੀਤੀ। ਮੈਟਰ ਇਹ ਕਰਦੀ ਆ ਗੱਲ ਜਿਹੜੀ ਹੁਣ ਤੁਸੀਂ ਆਪ ਵੀ ਕਹੀ ਆ ਕਿ ਇਹ ਸ਼ੁਰੂ ਕਿਹਨੇ ਕੀਤਾ, ਇਨੀਸ਼ੀਏਟ ਕਿਹਨੇ ਕੀਤਾ ਹਨਾ, ਜਾਂ ਪ੍ਰੈਂਪਟ ਕਿਹਨੇ ਕੀਤਾ ਹੈਗਾ ਆ, ਉਹ ਮੈਟਰ ਕਰਦੀ ਆ। ਉਹਦੇ ਰਿਐਕਸ਼ਨ ਦੇ ਵਿੱਚ ਅੱਗੋਂ ਕੀ ਕਿਹਾ ਗਿਆ, ਜੇ ਇਸ ਤਰ੍ਹਾਂ ਪ੍ਰੋਵੋਕੇਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੇ ਅੱਗੋਂ ਕੋਈ ਵੀ ਨਹੀਂ ਕੁਝ ਬੋਲੇਗਾ, ਇਹਦਾ ਐਕਸਪੈਕਟੇਸ਼ਨ ਹੀ ਨਹੀਂ ਕੀਤੀ ਜਾ ਸਕਦੀ। ਜਾਣੀ ਇਹ ਆ ਕਿ ਇਹਨੂੰ ਅਗਰ ਬਹੁਤ ਬਰੀਕੀ ਦੇ ਨਾਲ ਐਨਾਲਾਈਜ਼ ਕੀਤਾ ਜਾਂਦਾ, ਪੜਤਾਲ ਕੀਤੀ ਜਾਂਦੀ ਤਾਂ ਪਤਾ ਲੱਗ ਜਾਂਦਾ ਕਿ ਪਹਿਲ ਫਲਾਣੇ ਨੇ ਕੀਤੀ ਸੀ ਆਪਣੀ ਡਿਫੈਂਸ ਦੇ ਵਿੱਚ, ਚਾਹੇ ਆਪਣੀ ਆਬਰੂ ਇੱਜ਼ਤ ਦੀ ਡਿਫੈਂਸ ਦੇ ਵਿੱਚ ਹੋਇਆ। ਆਪਣੀ ਡਿਫੈਂਸ ਕਰਨ ਦੇ ਵਿੱਚ ਕੋਈ ਜਾਣੀ ਆਪਣੀ ਡਿਫੈਂਸ ਕਰਨੀ ਇੱਕ ਅਫੈਂਸ ਹੈ, ਇੱਕ ਆਪਣੀ ਡਿਫੈਂਸ ਹੈ, ਲੇਕਿਨ ਉਹਦਾ ਤਰੀਕਾ ਕੀ ਆ, ਕ੍ਰਿਮੀਨਲ ਤਰੀਕਾ ਅਖਤਿਆਰ ਕੀਤਾ ਗਿਆ, ਇਹ ਅਗਲੀ ਗੱਲ ਜਿਹੜੀ ਹੈਗੀ। ਸੋ ਇਸ ਕਰਕੇ ਕਿ ਇਹ ਪ੍ਰੋਵੋਕੇਸ਼ਨ ਜਿਹੜੀ ਕੀਤੀ ਗਈ ਜਾਣ ਬੁੱਝ ਕੇ, ਉਹਦੇ ਰਿਐਕਸ਼ਨ ਦੇ ਵਿੱਚ ਕੀ ਹੋਇਆ, ਉਹ ਕਿੰਨਾ ਹੋਇਆ, ਵੱਧ ਹੋਇਆ ਕਿ ਘੱਟ ਹੋਇਆ, ਉਹ ਹੁਣ ਸਟੈਟਿਕਸ ਵੀ ਦੱਸਦੇ ਆ ਕਿ ਵੀ ਕਿਸ ਦਾ ਨੁਕਸਾਨ ਵੱਧ ਹੋਇਆ, ਕਿਸ ਦਾ ਘੱਟ ਹੋਇਆ। ਲੇਕਿਨ ਇਤਿਹਾਸ ਹੈ ਜਿਹੜਾ ਉਸ ਏਰੀਏ ਦਾ, ਜਿਹੜਾ ਬਾਰ-ਬਾਰ ਰਿਪੀਟ ਕਰਕੇ ਕਿਹਾ ਜਾ ਰਿਹਾ, ਜਿਹੜੇ ਇਹ ਹੀ ਨਹੀਂ ਕਿ ਸਿਰਫ ਮੁਸਲਮਾਨ ਤਬਕੇ ਦੇ ਵੱਲੋਂ ਰਿਪੀਟ ਕਰਕੇ ਕਿਹਾ ਜਾ ਰਿਹਾ, ਸਗੋਂ ਉਸ ਏਰੀਏ ਦੇ ਹਿੰਦੂ ਜਿਹੜੇ ਜੈਂਟਲਮੈਨ ਹੈਗੇ ਆ ਉਹਨਾਂ ਦਾ ਵੀ ਇਹ ਕਹਿਣਾ ਕਿ ਇੰਨਾ ਲੰਬਾ ਸਮਾਂ ਗੁਜ਼ਰ ਜਾਣ ਦੇ, ਇੰਨੇ ਦਹਾਕੇ ਗੁਜ਼ਰ ਜਾਣ ਦੇ ਬਾਵਜੂਦ ਵੀ ਉੱਥੇ ਕਦੇ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ। ਔਰ ਉੱਥੇ ਜਿਹੜੇ ਮੰਦਿਰ ਦੇ ਵਿੱਚ ਗਏ ਜਾਂਦੇ ਸੀ ਲੋਕ ਹਿੰਦੂ ਇਕੱਠੇ ਹੋ ਕੇ, ਜਾਂ ਕੋ ਮਨਾਉਣ ਆਪਣਾ ਦਿਨ ਜਾਂ ਕੋਈ ਵੀ ਧਾਰਮਿਕ ਕਾਰਵਾਈ ਕਰਨ ਦੇ ਵਾਸਤੇ, ਤਾਂ ਮੁਸਲਮਾਨ ਤਬਕੇ ਦੇ ਲੋਕ ਉਹਨਾਂ ਦਾ ਸਵਾਗਤ ਕਰਦੇ ਸੀ। ਇਹ ਪ੍ਰੋਵੋਕੇਸ਼ਨ, ਇਹ ਬਾਰ-ਬਾਰ ਗੱਲਾਂ ਹੁਣ ਰਿਪੀਟ ਕੀਤੀਆਂ ਜਾ ਰਹੀਆਂ ਕਿ ਉੱਥੇ ਇਦਾਂ ਕਦੀ ਨਹੀਂ ਹੋਇਆ ਸੀ। ਔਰ ਦੂਸਰਾ ਇਹ ਗੱਲ ਹੈ ਕਿ ਉਹਨਾਂ ਬੰਦਿਆਂ ਨੂੰ ਜਿੱਥੋਂ ਗੱਲ ਸਾਰੀ ਵਿਗਾੜ ਪੈਂਦੀ ਹੈ, ਤੁਸੀਂ ਹੁਣ ਇੱਕ ਮਿਸਾਲ ਵੀ ਦੇ ਚੁੱਕੇ ਆ ਕਿ ਉਹ ਇਹ 2016 ਦੇ ਵਿੱਚ 3400 ਘਟਨਾਵਾਂ ਦਿੱਲੀ ਦੇ ਵਿੱਚ ਵਾਪਰਨੀਆਂ ਤੇ ਸਾਰੇ ਦੇਸ਼ ਨੂੰ ਜਗ੍ਹਾ ਜਗ੍ਹਾ ਤੇ ਜੋ ਵੀ ਕਿਤੇ ਵਾਪਰਿਆ ਸਾਰਾ ਇਕੱਠਾ ਕਰਕੇ, ਜਦੋਂ ਕੋਈ ਕਾਰਵਾਈ ਨਹੀਂ ਹੋ ਰਹੀ
ਜਾਂ ਉਹਨਾਂ ਨੂੰ ਉਲਟਾ ਇਹੋ ਜਿਹੇ ਸਿਚੁਏਸ਼ਨ ਪੈਦਾ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਜਿਹੜਾ ਕੋਈ ਵੀ ਕ੍ਰਾਈਮ ਕਿਸੇ ਵੀ ਕਿਸਮ ਦਾ ਹੋਵੇ, ਜਦੋਂ ਉਹਦੇ ਵਿੱਚ ਉਹਨੂੰ ਕ੍ਰਾਈਮ ਕਰਨ ਵਾਲੇ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ, ਉਹਨੂੰ ਸਜ਼ਾ ਨਹੀਂ ਮਿਲੇਗੀ ਜਾਂ ਉਹਨੂੰ ਰੋਕਿਆ ਨਹੀਂ ਜਾਏਗਾ, ਤਾਂ ਉਹਨੇ ਇਨਕਰੇਜ ਹੋਣਾ ਹੀ ਹੋਣਾ। ਇਹ ਕ੍ਰਾਈਮ ਦੀ ਥਿਊਰੀ ਹੈ। ਔਰ ਇਸ ਕਰਕੇ ਕ੍ਰਾਈਮ ਦਾ ਵਧਣ ਦਾ ਕਾਰਨ ਵੀ ਇਹ ਸੀ ਕਿ ਇੱਕ ਤੋਂ ਬਾਅਦ ਦੂਜੀ ਤੀਜੀ ਸੈਂਕੜੇ ਘਟਨਾਵਾਂ ਵਾਪਰਦੀਆਂ ਗਈਆਂ, ਲੇਕਿਨ ਸਟੇਟ ਨੇ ਉਹਦੇ ਤੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਹਨਾ। ਇਹ ਜਿਹੜਾ ਔਰ ਉਹਦੇ ਨਾਲ ਕੀ ਹੋਇਆ, ਸਗੋਂ ਇੱਕ ਤਬਕਾ ਇੱਕ ਐਸਾ ਪੈਦਾ ਹੋ ਗਿਆ ਜਿਹੜੇ ਕ੍ਰਾਈਮ ਕਰਨ ਵਾਲੇ ਬੰਦਿਆਂ ਨੂੰ ਜਾਣੀ ਇਨਕਰੇਜ ਕਰਨ ਵਾਲਾ, ਉਹਨਾਂ ਦਾ ਸਵਾਗਤ ਕਰਨ ਵਾਲਾ ਜਣਾ ਨਾ ਇੱਕ ਤਬਕਾ ਪੈਦਾ ਹੋ। ਹੁਣ ਉਹ ਕਿ ਜੀ ਮੋਨੂ ਮਾਨੇਸਰ ਹੁਣ ਆ ਰਹੀਆਂ ਗੱਲਾਂ, ਹੁਣ ਸਾਹਮਣੇ ਨਿਕਲ ਰਹੀਆਂ ਕਿ ਜੀ ਉਹਨੇ ਇਹੋ ਜਿਹੇ ਵੀ ਕੰਮ ਕੀਤੇ ਕਿ ਘਟਨਾਵਾਂ ਵਾਪਰੀਆਂ, ਗਊਆਂ ਨੂੰ ਪਕੜਨ ਤੋਂ ਬਾਅਦ ਉਹਨੇ ਗਊ ਵਿਜੀਲੈਂਟ ਦੇ ਤੌਰ ਤੇ ਉਹਨੇ 2 ਕਤਲ ਕੀਤੇ, ਜਿਹੜਾ ਇੱਕ ਜੁਨੈਦ ਔਰ ਇੱਕ ਨਾਸਰ ਭਵਾਨੀ ਚ ਉਹਨੇ ਕਤਲ ਕੀਤੇ ਉਹਨੂੰ ਗਊ ਦੇ ਨਾਂ ਦੇ ਉੱਤੇ। ਗਊ ਰੱਖਕ ਦੇ ਤੌਰ ਤੇ ਪੇਸ਼ ਕਰਨਾ ਤੇ ਉਹਦੀ ਆੜ ਦੇ ਹੇਠਾਂ ਉਹ ਜਿਹੜਾ ਮਰਜ਼ੀ ਕ੍ਰਾਈਮ ਕਰ ਦੇਵੇ, ਜਿਹਦੇ ਚ ਮਰਡਰ ਵੀ ਸ਼ਾਮਲ ਹੈਗਾ, ਉਹਦੇ ਖਿਲਾਫ ਕੇਸ ਵੀ ਦਰਜ ਹੈ। ਲੇਕਿਨ ਪੁਲਿਸ ਜੇ ਚਾਹੇ ਉਹ ਕਿਸੇ ਵੀ ਸਟੇਟ ਦੀ ਪੁਲਿਸ ਹੋਵੇ, ਆਖਿਰਕਾਰ ਉਹ ਇੰਡੀਅਨ IPS ਜਿਹੜੀ ਦੇ ਅੰਡਰ ਜਿਹੜੇ ਟ੍ਰੇਨਡ ਆਫੀਸਰ ਹੈਗੇ ਆ, ਉਹਨਾਂ ਨੂੰ ਟ੍ਰੇਨਿੰਗ ਤਾਂ ਇੱਕੋ ਜਿਹੀ ਹੀ ਹੈ। ਉਹਨਾਂ ਦੀ ਜੇ ਮਰਜ਼ੀ ਹੋਵੇ ਤਾਂ ਉਹ ਸ਼ਾਮ ਤੱਕ ਬੰਦੇ ਨੂੰ ਟਰੇਸ ਕਰ ਸਕਦੇ, ਲੇਕਿਨ ਨਹੀਂ ਕੀਤਾ ਗਿਆ। ਜਦੋਂ ਇਸ ਤਰ੍ਹਾਂ ਦੀ ਇਨਕਰੇਜਮੈਂਟ ਹੋਏਗੀ ਤਾਂ ਕ੍ਰਾਈਮ ਦਾ ਵਧਣਾ ਬੜਾ ਲਾਜ਼ਮੀ ਹੈ, ਜ਼ਰੂਰੀ ਹੈ। ਮਾਨੂ ਮਾਨੇਸਰ ਹੈ ਜਿਹੜਾ, ਉਹ ਏਦਾਂ ਹੀ ਤੁਰਿਆ ਫਿਰਦਾ, ਜਾਂ ਉਹਦਾ ਕੇਸ ਰਾਜਸਥਾਨ 'ਚ ਹੈ ਤੇ ਹਰਿਆਣੇ 'ਚ ਉਹ ਹੈ, ਤੇ ਇਦਾਂ ਦੀਆਂ ਰਿਪੋਰਟਾਂ ਵੀ ਕਿ ਜੀ ਉਹਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ, ਹਨਾ। ਸੋ ਇਸ ਕਰਕੇ ਹੁਣ ਜਿਹੜੀ ਪੰਚਾਇਤ ਹੋਈ ਹੈ ਹੁਣ ਫੋਗਟ ਔਰ ਸਾਗਵਾਨ ਭਾਈਚਾਰੇ ਦੀ, ਉਹਨਾਂ ਨੇ ਸਪੈਸ਼ਲੀ ਇਹ ਮੰਗ ਕੀਤੀ ਹੈ ਪੰਚਾਇਤ ਦੇ ਵਿੱਚ। ਉਹਨਾਂ ਦਾ ਜਿਹੜਾ ਮੁਖੀ ਹੈਗਾ ਬਲਵੰਤ ਨੰਬਰਦਾਰ, ਉਹਨੇ ਬੋਲਦਿਆਂ ਇਹ ਗੱਲ ਕਹੀ ਹੈ ਕਿ ਉੱਥੇ ਹਿੰਸਾ ਦੇ ਵਿੱਚ ਜਿਹੜੇ ਜ਼ਿੰਮੇਵਾਰ ਹੈ, ਖਾਸ ਕਰਕੇ ਮੋਨੂ ਮਾਨੇਸਰ, ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਉਹ ਹੁਣ ਉੱਠ ਰਹੀ ਹੈ ਨਾ ਜੀ, ਆ ਪਿਛਲੇ ਕੁਝ ਦਿਨਾਂ ਤੋਂ ਹੁਣੇ ਉੱਠ ਰਹੀ ਹੈ। ਲੇਕਿਨ ਇਹ ਘਟਨਾ ਕਿੰਨੀ ਪੁਰਾਣੀ ਆ, ਔਰ ਇੰਨੇ ਚ ਕੋਈ ਐਸਾ ਵੀ ਕੋਈ ਜਗ੍ਹਾ ਹੈਗੀ ਹੈ ਇਸ ਦੇਸ਼ ਦੇ ਵਿੱਚ ਜਦੋਂ ਹਰ ਬੰਦੇ ਦੇ ਕੋਲ ਮੋਬਾਈਲ ਆ, ਟਰੇਸ ਕਰਨਾ ਕੋਈ ਔਖਾ ਨਹੀਂ ਬੰਦਾ। ਉਹਦੀ ਵੌਇਸ ਤੋਂ ਵੀ ਟਰੇਸ ਕੀਤਾ ਜਾ ਸਕਦਾ, ਅਗਰ ਜਿਹੜੀ ਹੈ ਸਾਡੀ ਵਿਜੀਲੈਂਸ ਜਿਹੜੀ ਆ, ਜਾਂ ਜਿਹੜੇ ਸਾਡੇ ਕ੍ਰਾਈਮ ਬ੍ਰਾਂਚਸ ਹੈਗੀਆਂ, ਪੁਲਿਸ ਸਿਕਿਉਰਿਟੀ ਫੋਰਸਿਸ ਦੀਆਂ, ਉਹਨਾਂ ਦੇ ਕੋਲ ਹਰ ਸਾਧਨ ਹੈਗਾ ਹੈ। ਬੰਦਾ ਜਿੱਥੇ ਮਰਜੀ ਬੈਠਾ ਉਹਨੂੰ ਟਰੇਸ ਕੀਤਾ ਜਾ ਸਕਦਾ ਹੈ, ਲੇਕਿਨ ਗ੍ਰਿਫਤਾਰ ਨਹੀਂ ਹੋਇਆ। ਔਰ ਦੂਜੇ ਪਾਸੇ ਹੁਣ ਜਿਹੜਾ ਬਜਰੰਗੀ ਹੈ, ਉਹ ਬਜਰੰਗੀ ਦੇ ਫੜੇ ਜਾਣ ਦਾ ਇੱਕ ਬੜਾ ਸੋਲਿਡ ਰੀਜ਼ਨ ਹੈ। ਉਹਦੇ ਨਾਲ ਦਾ ਬੰਦਾ ਜਿਹਦੇ ਨਾਲ ਉਹ ਸਬਜ਼ੀ ਦਾ ਕਾਰੋਬਾਰ ਕਰਦਾ ਰਿਹਾ, ਉਹ ਜਦੋਂ ਬੋਲਿਆ ਸਾਹਮਣੇ ਆ ਕੇ ਔਰ ਉਹਨੇ ਸਬੂਤ ਪੇਸ਼ ਕੀਤੇ ਆ ਔਰ ਕਿਹਾ ਕਿ 1000 ਦੇ ਕਰੀਬ ਉਹਦੀਆਂ ਇਹੋ ਜਿਹੀਆਂ ਜਿਹੜੀਆਂ ਪੋਸਟਾਂ ਸੀਗੀਆਂ, ਉਹ ਸ਼ੁਰੂ ਇੱਥੋਂ ਕੀਤਾ ਕਿ ਜੀ ਮੈਂ ਉਹਨੂੰ ਕਹਿੰਦਾ ਵੀ ਹੁੰਦਾ ਸੀ ਕਿ ਤੂੰ ਇਹ ਕੰਮ ਨਾ ਕਰ, ਇਹਦੇ ਨਾਲ ਫਸਾਦ ਖੜਾ ਹੋਊਗਾ, ਪਰ ਉਹ ਬਜਿੱਦ ਸੀ। ਅਲਟੀਮੇਟਲੀ ਉਹਨੇ ਉਹ ਸਾਰਾ ਟ੍ਰੇਸ ਕਰਕੇ ਸਾਹਮਣੇ ਪ੍ਰੈਸ ਦੇ ਸਾਹਮਣੇ ਦੱਸਿਆ ਕਿ ਆਹ ਦੇਖੋ, ਮੈਂ BJP ਦੇ ਆਗੂਆਂ ਦੇ ਵਿੱਚ ਜਾਂ BJP ਵਾਸਤੇ ਸਪੋਰਟ ਲਿਆਉਣ ਦੇ ਲਈ ਏਦਾਂ ਇਕੱਠੇ ਕਰਦਾ ਸੀ ਬੰਦਿਆਂ ਨੂੰ ਔਰ ਮਜ਼ਾਕ ਕਰਦਾ ਸੀ, ਔਰ ਮੈਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਮੈਂ ਇਹ ਕੰਮ ਕਰਦਾ ਰਿਹਾ। ਪਰ ਨਾਲ ਇਹ ਕਹਿੰਦਾ ਹੈ ਕਿ ਬਜਰੰਗੀ ਆ ਜਿਹੜਾ, ਉਹਨੇ ਪੋਸਟ ਪਾਈ, ਇੱਕ ਨਹੀਂ ਪਾਈ, ਬਾਰ-ਬਾਰ ਪਾਈ ਕਿ ਮੈਂ 2500 ਤਲਵਾਰਾਂ ਵੰਡ ਚੁੱਕਿਆ, 100 ਬੰਦੂਕਾਂ, ਔਰ ਜਲਦੀ ਕਰੋ, ਆ ਜਾਓ, ਲਓ ਤੇ ਤਿਆਰ ਹੋ ਆਪਣੇ ਆਪ। ਉਹ ਕਹਿੰਦੇ ਕਿ ਇਹ ਫਰੀਦਾਬਾਦ ਦੇ ਵਿੱਚ ਉਹਨੇ ਕਰਨਾ ਸੀਗਾ, ਪਲੈਨਿੰਗ ਕੀਤੀ ਹੋਈ ਸੀ। ਅਸੀਂ ਜਾ ਕੇ ਪੁਲਿਸ ਨੂੰ, ਸਿਕਿਉਰਿਟੀ ਫੋਰਸਿਸ ਨੂੰ, SSP ਨੂੰ ਜਾ ਕੇ ਉਹਦੀਆਂ ਰਿਪੋਰਟਾਂ ਦਿਖਾਈਆਂ, ਕਿਹਾ, ਔਰ ਉਹਨੇ ਮੇਲ ਉੱਥੇ ਉਹ ਨਹੀਂ ਕਰ ਸਕਿਆ, ਔਰ ਉਹਦਾ ਸੈਂਟਰ ਨੂੰ ਬਣਿਆ, ਹਨਾ। ਹੁਣ ਜਦੋਂ ਉਹਨੂੰ, ਹੁਣ ਦੇਖਣ ਵਾਲੀ ਜੰਡੂ ਸਾਹਿਬ ਗੱਲ ਇਹ ਹੈ ਕਿ ਇਹਨੂੰ ਰੋਕਣਾ ਕਿੰਨਾ ਸੰਭਵ ਹੈਗਾ। ਜਦੋਂ ਹੁਣ ਉਹਨੂੰ ਫੜਿਆ ਗਿਆ, ਜਦੋਂ ਉਹਦੀ ਗਈ ਆ ਰਿਕਾਰਡਿੰਗ ਕਿ ਗਰਦਨ ਤੋਂ ਫੜ ਕੇ ਪੁਲਿਸ ਲਿਜਾ ਰਹੀ ਆ ਉਹਨੂੰ,
ਤਾਂ ਮਗਰ ਉਹਦੇ ਕੋਈ ਨਹੀਂ ਜ਼ਿੰਮੇਵਾਰੀ ਲੈਣ ਨੂੰ ਤਿਆਰ ਕਿ ਅਸੀਂ ਇਹਦੇ ਪਿੱਛੇ ਖੜੇ ਆ। ਇਹਦੇ ਪਿੱਛੇ ਉਹ ਜਿਹੜੇ ਗਊ ਰੱਖੇ ਕੋਈ ਹੈਗੇ ਉਹ ਵੀ ਨਹੀਂ ਖੜੇ ਹੁਣ, ਉਹਦੇ ਪਿੱਛੋਂ ਵਿਸ਼ਵ ਹਿੰਦੂ ਪਰਿਸ਼ਦ ਵੀ ਨਹੀਂ ਖੜੀ ਹੈਗੀ। ਸਾਰਿਆਂ ਨੇ ਹੱਥ ਖੜੇ ਕਰ ਦਿੱਤੇ ਕਿ ਜੀ ਸਾਡਾ ਇਹਨਾਂ ਕੋਈ ਲੈਣ ਦੇਣ ਨਹੀਂ ਹੈਗਾ। ਜਾਣੀ ਜੇ ਸਿਕਿਉਰਿਟੀ ਫੋਰਸਸ ਜਾਂ ਪੁਲਿਸ ਕੋਈ ਸਖਤ ਐਕਸ਼ਨ ਕਰੇ ਤਾਂ ਆਈਸੋਲੇਟ ਕਰਨ ਦਾ, ਉਹਨਾਂ ਕ੍ਰਿਮੀਨਲਸ ਨੂੰ ਆਈਸੋਲੇਟ ਕਰਨ ਦਾ ਜਿਹੜਾ ਨਾ ਬੜੀਆਂ ਸੰਭਾਵਨਾਵਾਂ ਹੈਗੀਆਂ। ਇੱਕ ਲਿਸਟ ਸਾਹਮਣੇ ਆ ਰਹੀ ਆ ਕਿ ਉਹਦੇ ਨਾਲ ਸੀ ਜਿਹੜੇ ਬੰਦੇ ਉਹ ਕਿਹੜੇ ਕਿਹੜੇ ਕਾਰੋਬਾਰ ਕਰਦੇ ਸੀਗੇ, ਹਨਾ। ਔਰ ਉਹ ਕਹਿੰਦਾ, ਉਹ ਬੰਦਾ ਖੁੱਲ ਕੇ ਕਹਿ ਰਿਹਾ, ਕਹਿੰਦਾ ਮੈਂ ਖੁਦ ਹੀ ਫਾਂਸੀ ਲੈ ਲਾਂਗਾ ਜੇ ਮੈਂ ਝੂਠਾ ਸਾਬਤ ਹੋ ਗਿਆ ਤਾਂ, ਹਨਾ। ਔਰ ਤੁਸੀਂ ਵੀ ਸ਼ਾਇਦ ਆਉਣਾ ਦੁਆਰਾ ਤੁਹਾਡੇ ਵੱਲ ਆਉਣਾ ਦੁਆਰਾ ਤੁਹਾਡੇ ਕੋਲ ਆਉਣਾ। ਸਿੱਧ ਸਾਹਿਬ, ਜਿਸ ਤਰ੍ਹਾਂ ਅਸੀਂ ਦੇਖ ਰਹੇ ਹਾਂ ਕਿ ਚਾਨਾ ਜੀ ਨੇ ਦੱਸਿਆ ਹੈਗਾ ਕਿ ਜੇ ਸਿਕਿਉਰਿਟੀ ਫੋਰਸ ਜਾਂ ਜਿਹੜੀ ਪੁਲਿਸ ਹੈ ਸਾਡੀ ਉਹ ਸਖਤ ਕਾਰਵਾਈ ਕਰਦੀ ਹੈ ਤਾਂ ਇਹ ਨੂੰ ਰੋਕਿਆ ਜਾ ਸਕਦਾ ਹੈ। ਪਰ ਹੁਣ ਅਸੀਂ ਦੇਖਦੇ ਹਾਂ ਕਿ ਜਦੋਂ ਬਜਰੰਗੀ ਦੀ ਜਿਹੜਾ ਇਹਨਾਂ ਨੇ ਗੱਲ ਕੀਤੀ ਹੈ, ਬਿੱਟੂ ਬਜਰੰਗੀ ਜਦੋਂ ਗ੍ਰਿਫਤਾਰ ਹੋ ਗਿਆ ਤਾਂ ਵਿਸ਼ਵ ਹਿੰਦੂ ਪਰਿਸ਼ਦ ਤੇ ਬਜਰੰਗ ਦਲ, ਉਹਨਾਂ ਦੋਨਾਂ ਦਾ ਇਹ ਕਹਿਣਾ ਹੈਗਾ ਕਿ ਇਹ ਤਾਂ ਸਾਡਾ ਬੰਦਾ ਨਹੀਂ ਸੀ, ਸਾਡਾ ਇਹਦੇ ਨਾਲ ਕੋਈ ਸੰਬੰਧ ਨਹੀਂ ਹੈ। ਤੇ ਉਹ ਆਪਣੇ ਤੌਰ ਤੇ ਗਊ ਰੱਖਿਅਕ ਇੱਕ ਬਜਰੰਗ ਫੋਰਸ ਉਹਨੇ ਬਣਾਈ ਹੋਈ ਹੈ, ਜਿਸ ਦਾ ਉਹ ਪ੍ਰਧਾਨ ਹੈ, ਜਿਸ ਦਾ ਉਹ ਮੁਖੀ ਹੈ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਜਿਹੜੇ ਆਮ ਲੋਕ ਹੈ, ਖਾਪ ਪੰਚਾਇਤਾਂ, ਦੂਸਰੇ ਲੋਕ ਹੈ ਜਿਹੜੇ ਇਸ ਗੱਲ ਨੂੰ ਦੇ ਵਿਰੁੱਧ ਹੈਗੇ ਆ, ਉਹ ਇਕੱਠੇ ਹੋ ਕੇ ਤੇ ਪੁਲਿਸ ਜੇ ਸਖਤ ਕਾਰਵਾਈ ਕਰਦੀ ਤਾਂ ਇਹ ਜਿਹੜੀ ਫਿਰਕੂ ਹਿੰਸਾ ਦਾ ਦੌਰ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ, ਜਾਂ ਇਹਦੇ ਵਿੱਚ ਕੋਈ ਹੋਰ ਸੰਭਾਵਨਾਵਾਂ ਵੀ ਤੁਸੀਂ ਦੇਖਦੇ ਹੋ? ਦੇਖੋ ਜੰਡੂ ਜੀ, ਗੱਲ ਇਹ ਆ ਕਿ ਸੁੱਤੇ ਪਏ ਬੰਦੇ ਨੂੰ ਤਾਂ ਤੁਸੀਂ ਜਗਾ ਸਕਦੇ ਹੋ। ਜੇ ਸੁੱਤੇ ਪਏ ਦਾ ਕੋਈ ਮਕਰ ਕਰ ਰਿਹਾ ਹੋਵੇ, ਜਾਣਬੁੱਝ ਕੇ ਸੌਣ ਦਾ ਬਹਾਨਾ ਪੱਜ ਕਰ ਰਿਹਾ ਹੋਵੇ, ਹੁਣ ਸਰਕਾਰਾਂ ਨੇ ਕਰਵਾ ਰਹੀਆਂ ਆਰਗੇਨਾਈਜ਼ ਤਰੀਕੇ ਨਾਲ ਆਪਣੀਆਂ ਪਾਰਟੀਆਂ, ਰੂਲਿੰਗ ਪਾਰਟੀ ਕਰਾ ਰਹੀ ਆ ਤਾਹਾਂ ਤੋਂ, ਤੇ ਉਹ ਫਿਰ ਨਾਲੇ ਨਾ ਪੁਲਿਸ ਕਰੇਗੀ ਕੁਛ ਫੜੇਗੀ, ਨਾ ਸਿਕਿਉਰਿਟੀ ਫੋਰਸਸ ਉਹਨਾਂ ਕੰਮ ਕਰੂ ਜਿੰਨਾ ਉਹਨੂੰ ਪੋਲੀਟੀਕਲ ਉੱਤੋਂ ਇਸ਼ਾਰਾ ਹੋਏਗਾ ਸਾਰਾ। ਇਹ ਸਾਰੀ ਗੱਲ ਆਰਗੇਨਾਈਜ਼ਡ ਤਰੀਕੇ ਨਾਲ ਕੀਤੀ ਜਾ ਰਹੀ ਹੈ, ਕੈਲਕੂਲੇਟਡ ਤਰੀਕੇ ਦਾ। ਇੱਕ ਪੋਲਿਟਿਕਸ ਹੈ, ਇਹ ਬੀਜੇਪੀ ਦੀ ਪੋਲਿਟਿਕਸ ਹੈ, ਹਿੰਦੂਤਵਾ ਪੋਲਿਟਿਕਸ ਹੈ, ਜਿਹੜੀ ਦਾ ਮੁੱਢ ਅੱਜ ਨਹੀਂ ਭੱਜਿਆ। ਉਹਦੀਆਂ ਉਸ ਨੂੰ ਹਰ ਵਕਤ ਕੋਈ ਨਾ ਕੋਈ ਤਰੀਕਾ ਲੱਭ ਕੇ ਉਹਨੂੰ ਤਗੜਾ ਕੀਤਾ ਜਾਂਦਾ ਹੈ, ਉਹਨੂੰ ਸਪਰੈਡ ਕੀਤਾ ਜਾਂਦਾ, ਫੈਲਾਇਆ ਜਾਂਦਾ ਸਾਰਾ। ਇਹ ਇੱਕ ਪੁਰਾਣਾ ਤਰੀਕਾ ਹੈ। ਹੁਣ ਇਹ ਪਰ ਚੱਲਿਆ ਕਿੰਨਾ ਕੁ ਨਹੀਂ ਚੱਲਦਾ। ਨਵੇਂ ਇਲਾਕੇ 'ਚ ਆਪਾਂ ਕਹਿ ਸਕਦੇ ਹਾਂ, ਬੜੀ ਖੁਸ਼ੀ ਦੀ ਗੱਲ ਹੈ, ਮਵਾਦ ਦੇ ਇਲਾਕੇ 'ਚ ਚੱਲਿਆ ਨਹੀਂ, ਤੇ ਉੱਥੇ ਵਿਰੋਧੀ ਫੋਰਸਿਸ ਜਿਹੜੀਆਂ ਨੈਚੁਰਲ ਕੁਦਰਤੀ ਲੈਵਲ ਤੇ ਜਿਹੜੀ ਹਿਸਟੋਰੀਕਲੀ ਸਮਾਜ ਖੜਾ, ਉਹ ਵਿਰੁੱਧ ਉਹਦੇ ਖੜਾ ਹੋ ਗਿਆ। ਚੰਗੀ ਗੱਲ ਹੈ, ਕਿੰਨਾ ਚਿਰ ਖੜਾ ਹੋਊਗਾ। ਉਹਦੇ ਵਿੱਚੋਂ ਬੰਦੇ ਨਹੀਂ ਮਿਲੇ, ਬਾਹਰੋਂ ਕੀਤਾ ਸਾਰਾ ਕੁਝ। ਇਸ ਕਰਕੇ ਜਿਹੜਾ ਚਾਣਾ ਜੀ ਕਹਿ ਰਹੇ ਆ ਨਾ ਵੀ ਐਕਸ਼ਨ ਨਹੀਂ ਕੀਤਾ, ਇਹ ਤਾਂ ਇਹਨਾਂ ਨੇ ਕਰਨਾ ਹੀ ਨਹੀਂ। ਇਹ ਤਾਂ ਉਹ ਵੱਡੇ ਉੱਪਰ ਤੋਂ ਸਾਰਾ ਕੁਝ ਆਰਗੇਨਾਈਜ਼ ਕੀਤਾ ਜਾ ਰਿਹਾ ਹੈ। ਤੇ ਬਾਕੀ ਜਦੋਂ ਇਸ ਕਿਸਮ ਦਾ ਕੰਮ ਕੀਤਾ ਜਾਵੇ, ਉਹਦੇ ਵਿੱਚ ਸਰਕਾਰਾਂ ਨਾਲ ਜਾਂ ਕਿਤੇ ਅਫੀਸ਼ੀਅਲ ਲੈਵਲ ਤੇ ਲਿੰਕ ਨਾ ਜੁੜ ਜਾਏ ਕਿਤੇ, ਤੇ ਉਹ ਅਨਅਫੀਸ਼ੀਅਲ ਇਹੋ ਜਿਹੇ ਸਾਰੇ ਗਰੁੱਪ ਖੜੇ ਕੀਤੇ ਜਾਂਦੇ ਆ, ਤੇ ਉਹਨਾਂ ਨੂੰ ਜਿਵੇਂ ਜੰਡੂ ਕਿ ਤੁਸੀਂ ਕਿਹਾ ਵੀ ਇਹ ਪੇਸ਼ ਕੀਤਾ ਜਾਂਦਾ ਸਾਡਾ ਤਾਂ ਬੰਦਾ ਹੀ ਨਹੀਂ, ਜਾਂ ਉਹਦੇ ਨਾਲ ਸੰਬੰਧ ਤੋੜ ਲਿਆ ਜਾਂਦਾ, ਜਾਂ ਪਹਿਲਾਂ ਹੀ ਕਈ ਥਾਵਾਂ ਤੇ ਤਾਂ ਇਹ ਹੁੰਦਾ ਵੀ ਜਿਨ੍ਹਾਂ ਤੋਂ ਇਹੋ ਜਿਹੇ ਐਕਸ਼ਨ ਕਰਵਾਉਣੇ ਵੀ ਹੋਵੇ ਉਹਨਾਂ ਨੂੰ ਕਹੋ ਵੀ ਸਾਡੀ ਆਰਗੇਨਾਈਜੇਸ਼ਨ ਤੋਂ ਆਰਗੇਨਾਈਜ਼ ਤੁਸੀਂ ਰਿਜ਼ਾਈਨ ਕਰ ਦਿਓ ਤੇ ਬਾਹਰ ਚਲੇ ਜਾਓ, ਜੇ ਕਿਤੇ ਹੋਣ ਵੀ ਜਾਂ ਆਪਣਾ ਕੋਈ ਵੱਖਰਾ ਗਰੁੱਪ ਮੰਚ ਬਣਾ ਲਓ। ਇਹ ਸਾਰਾ ਇਹ ਟੈਕਨੀਕ ਸਾਰੀਆਂ ਵਰਤੀਆਂ ਜਾਂਦੀਆਂ, ਉਹ ਵਰਤ ਰਹੇ ਆ ਇੱਥੇ ਸਾਰੀ ਟੈਕਨੀਕ। ਸਵਾਲ ਤਾਂ ਇਹ ਹੈ ਵੀ ਇੱਕ ਗੱਲ ਸਾਨੂੰ ਦੇਖਣੀ ਪਊ ਵੀ ਹਿੰਦੂਤਵਾ ਦਾ ਜਿਹੜਾ ਇਹ ਨੈਰੇਟਿਵ ਖੜਾ ਕਰ ਰਿਹਾ ਮੋਦੀ, ਇਹਦੀ ਜੜ ਤਾਂ 19ਵੀਂ ਸਦੀ ਦੇ ਪਿਛਲੇ ਦਿਨਾਂ 'ਚ ਪਈ ਹੈ, ਜਦੋਂ ਇਹਨਾਂ ਨੇ ਨੈਸ਼ਨਲਿਜ਼ਮ ਨੂੰ ਹਿੰਦੂ ਨੈਸ਼ਨਲਿਜ਼ਮ ਲੈਵਲ ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ। ਕਾਂਗਰਸ ਚਲੋ ਇੱਕ ਬ੍ਰਿਟਿਸ਼ ਵਿਰੁੱਧ ਇੱਕ ਇੰਡੀਅਨ ਨੈਸ਼ਨਲਿਜ਼ਮ ਖੜਾ ਕਰਦੀ ਸੀ, ਜਾਂ ਹੋਰ ਦੂਜੇ ਲੋਕ ਵੀ ਲੱਗੇ ਹੋਏ ਸੀ। ਇਹਨਾਂ ਨੇ ਹਿੰਦੂ ਨੈਸ਼ਨਲਿਜ਼ਮ, ਹਿੰਦੂ ਨੇਸ਼ਨ ਦੀ ਜਿਹੜੀ ਸਾਰਾ ਖੜਾ ਕੀਤਾ, ਉਸੇ ਨੇਸ਼ਨ ਖੜਾ ਕਰਨ ਚੋਂ ਹੀ ਇਹਨਾਂ ਨੇ ਮਹਾਭਾਰਤ ਚੋਂ ਕੁਝ ਹਿੱਸਾ ਬਾਹਰ ਕੱਢ ਕੇ ਵੀ ਅਸੀਂ ਵੀ ਸਾਡਾ ਵੀ ਆਰਗੇਨਾਈਜ਼ਡ ਰਿਲੀਜਨ ਹੈ, ਗੀਤਾ ਬਣਾਈ। ਗੀਤਾ ਦੇ ਉੱਤੇ ਫਿਰ ਕਮੈਂਟਰੀਆਂ ਲਿਖੀਆਂ, ਇਹਨਾਂ ਨੇ ਵੀ ਕਮੈਂਟਰੀਆਂ ਲਿਖੀਆਂ, ਜਿਹੜੇ ਹਿੰਦੂਤਵ ਵਾਲੇ ਲੋਕ ਸੀਗੇ। ਮਹਾਤਮਾ ਗਾਂਧੀ ਨੇ ਵੀ ਲਿਖੀ, ਤੇ ਤਿਲਕ ਨੇ ਵੀ ਲਿਖੀ, ਸਾਰਿਆਂ ਨੇ ਕਮੈਂਟਰੀਆਂ ਲਿਖੀਆਂ। ਇਹ ਸਾਰਾ ਕੁਝ ਅਵੇਲੇਬਲ ਹੈ, ਸਾਰਾ ਕੁਝ 19ਵੀਂ ਸਦੀ ਦੇ ਐਂਡ ਵਿੱਚ ਤੇ 20ਵੀਂ ਸਦੀ ਦੇ ਸ਼ੁਰੂ ਵਿੱਚ ਸਾਰਾ ਕੁਝ ਹੁੰਦਾ ਰਿਹਾ। ਇਹ ਹਿੰਦੂਤਵਾ ਦੀ ਮਾਰਚ ਹੈ, ਉਸੇ ਚੋਂ RSS 1925 ਚ ਬਣ ਗਈ,
1925 ਜੋ ਹਿੰਦੂ ਰਾਸ਼ਟਰ ਦਾ ਜਿਹੜਾ ਹੈ ਉਹ ਹਿੰਦੂ ਰਾਸ਼ਟਰ ਦੀਆਂ ਹੀ ਇਹ ਟੈਕਨੀਕਸ ਹੈ ਸਾਰੀਆਂ ਜਿਹੜੀਆਂ ਨੇ ਹੁਣ ਮਵਾਦ ਦੇ ਇਲਾਕੇ ਸ਼ੁਰੂ ਕੀਤਾ ਵੀ ਇਲਾਕਾ ਅਨਟੱਚਡ ਹੈ, ਹਿਲਦਾ ਨਹੀਂ ਇਲਾਕਾ। ਪਹਿਲੀ ਗੱਲ ਤਾਂ ਸਾਨੂੰ ਇਹ ਦੇਖਣਾ ਚਾਹੀਦਾ ਨਹੀਂ ਸਾਹਿਬ ਮਣੀਪੁਰ ਚ ਵੀ ਤਾਂ ਇਹੀ ਤਕਨੀਕਾਂ ਸੀਗੀਆਂ ਆਰਐਸਐਸ ਦੀਆਂ, ਬੀਜੇਪੀ ਦੀ। ਬਿਲਕੁਲ ਉੱਥੇ ਵੀ ਆਰਐਸਐਸ ਬੜੇ ਸਾਲਾਂ ਦੀ 80 ਤੋਂ ਲੱਗੀ ਵੀ ਹੈ। ਇੱਥੇ ਮੇਵਾਤ ਦੇ ਇਲਾਕੇ ਵਿੱਚ ਇਹਨਾਂ ਨੇ ਇਹ ਕੀਤਾ, ਉਹੀ ਟੈਕਨੀਕ ਨੂੰ ਹਿੰਦੂਤਵ ਵਾਲੀ ਜਿਹੜੀ ਟੈਕਨੀਕ ਅੱਗੇ ਲਿਆਂਦੀ ਹੈ ਡਿਵਾਈਡ ਕਰਨ ਦੀ। ਇੱਕ ਅਦਰ ਤਿਆਰ ਕਰਨਾ, ਇੱਕ ਅਸੀਂ ਹੈ, ਇੱਕ ਉਹ ਹੈ, ਦੂਜਾ ਕੌਣ ਹੈ? ਅਦਰ ਜਿਹੜਾ ਦੂਜਾ ਤਿਆਰ ਕਰਨਾ, ਉਹ ਤਿਆਰ ਕਰਨ ਦੀ ਇਹਨਾਂ ਨੂੰ ਲੋੜ ਹੁੰਦੀ ਹੈ। ਜਿਹੜਾ ਬਗਾਨਾ ਹੈ, ਬਾਹਰੋਂ ਆਇਆ, ਇਹ ਹਿੰਦੂ ਮੁਸਲਿਮ ਰਿਲੀਜਨ ਵੀ ਬਾਹਰੋਂ ਆਇਆ, ਇਸਲਾਮ ਵੀ ਬਾਹਰੋਂ ਆਇਆ, ਕ੍ਰਿਸਚੀਅਨ ਵੀ ਬਾਹਰੋਂ ਆਇਆ, ਇੱਕ ਤੇ ਇਹ ਵੀ ਟੈਕਨੀਕ ਤਿਆਰ ਕਰਨੀ ਹੈ। ਦੂਜੀ ਗੱਲ ਇਹ ਕਰਨੀ ਹੈ ਵੀ ਵਿੱਚੋਂ ਹੀ ਬੰਦੇ ਲੈ ਕੇ ਖੜੇ ਕਰਨੇ ਹੁੰਦੇ, ਉਹ ਮਵਾਦ ਦੇ ਇਲਾਕੇ ਚੋਂ ਮਿਲੇ ਨਹੀਂ। ਪਹਿਲੀ ਗੱਲ ਤਾਂ ਜਿਹੜੀ ਮੈਂ ਕਹਿੰਦਾ ਸੀ ਵੀ ਅਰਬਨ ਇਲਾਕੇ ਦੇ ਵਿੱਚ ਤੁਹਾਨੂੰ ਈਜ਼ੀਲੀ ਕਲਚਰ ਨਾਲੋਂ ਟੁੱਟੇ ਹੋਏ ਬੰਦੇ ਸ਼ਹਿਰੀ ਹੋਏ ਵੇ ਮਿਲ ਜਾਂਦੇ ਆ। ਮਵਾਦ ਦਾ ਇਲਾਕਾ 'ਚ ਮੁਸਲਮਾਨ ਸਾਰਾ ਦਿਹਾਤੀ ਮੁਸਲਮਾਨ ਹੈ, ਪਿੰਡਾਂ ਦਾ ਮੁਸਲਮਾਨ ਹੈ, ਖੇਤੀ ਵਾਲਾ ਮੁਸਲਮਾਨ ਹੈ, ਗਊ ਪਾਲਕ ਹੈ, ਉਹ ਦੂਜੇ ਸ਼ਹਿਰੀ ਮੁਸਲਮਾਨ ਨਾਲੋਂ ਬਿਲਕੁਲ ਡਿਫਰੈਂਟ ਮੁਸਲਮਾਨ ਆ ਇੰਡੀਅਨ ਦੇ ਹੋਰ ਸਾਈਡਾਂ ਦੇ ਮੁਸਲਮਾਨ ਨਾਲੋਂ ਵੀ। ਇਸ ਕਰਕੇ ਇਹ ਇੱਥੇ ਇਹਨਾਂ ਨੂੰ ਸਾਰੀ ਗੱਲ ਉਸ ਤਰੀਕੇ ਨਾਲ ਖੜੀ ਨਹੀਂ ਹੁੰਦੀ। ਇਸੇ ਕਰਕੇ ਇਹਨਾਂ ਨੂੰ ਬਾਹਰੋਂ ਬੰਦੇ ਲਿਆਉਣੇ ਪੈਂਦੇ ਆ। ਇੱਥੋਂ ਵਾਲਾ ਹਿੰਦੂ ਵੀ ਉਸ ਕਿਸਮ ਦਾ ਹੈ ਨਹੀਂ, ਉਹਨਾਂ ਨਾਲ ਰਚਿਆ ਮਿਚਿਆ ਕਨਫੈਡਰੇਸ਼ਨ ਬਣਦੀ ਨਹੀਂ ਉਹਨਾਂ ਦੀ। ਰੂਰਲ ਸੁਸਾਇਟੀ ਵਿੱਚ ਕਨਫੈਡਰੇਸ਼ਨ ਹੁੰਦੀ ਨਹੀਂ। ਇੱਥੇ ਪੰਜਾਬ ਦੀ ਰੂਰਲ ਸੁਸਾਇਟੀ ਵਿੱਚ ਵੀ ਕੋਈ ਰਾਈਟਸ ਨਹੀਂ ਹੋਏ ਕਦੇ ਵੀ ਕਿਸੇ ਲੈਵਲ ਤੇ, ਪਰ ਇਹਨਾਂ ਨੇ ਟੈਕਨੀਕਸ ਕਈ ਵਰਤੀਆਂ। ਇੱਥੇ ਵੀ ਇਹ ਬਾਹਰੋਂ ਹੁਣ ਜਦੋਂ ਨਹੀਂ ਹੋਇਆ, ਜਿਹੜੀ ਪਾਪੂਲਰ ਟੈਕਨੀਕ ਹੈ ਜਿਹੜੀ 150 ਸਾਲ ਤੋਂ ਚਲਾਈ ਜਾ ਰਹੇ ਆ ਹਿੰਦੂਤਵਾ ਦੇ ਫੋਰਸਿਸ ਵਾਲੇ, ਉਹ ਹੁੰਦਾ ਵੀ ਮਸਜਿਦ ਦੇ ਅੱਗੇ ਜਾ ਕੇ ਮਿਊਜ਼ਿਕ ਵਜਾਉਣ ਲੱਗ ਜਾਓ। 150 ਸਾਲ ਦਾ ਟਰਾਈਡ ਤਰੀਕਾ ਤੇ ਰੈਟਸ ਹੁੰਦੇ ਰਹੇ, 1870-60 ਤੋਂ ਸ਼ੁਰੂ ਹੋਏ ਸੀਗੇ। ਤੇ ਹੁਣ ਇਹਨਾਂ ਨੇ ਆਹ ਨਵਾਂ ਤਰੀਕਾ ਕਰ ਲਿਆ ਵੀ ਇੱਥੇ ਤਾਂ ਕੋਈ ਉੱਠਦਾ ਨਹੀਂ ਬੰਦਾ, ਸਾਰਾ ਕੁਝ ਹੁੰਦਾ ਨਹੀਂ, ਸਾਨੂੰ ਬੰਦੇ ਵਲੰਟੀਅਰ ਮਿਲਦਾ ਹੈ ਕਿ ਨੂਹ ਦੇ ਇਲਾਕੇ ਵਿੱਚ ਵਲੰਟੀਅਰ ਵੀ ਬਾਹਰੋਂ ਲਏ ਸਾਰੇ। ਉੱਥੋਂ ਦਾ ਇਲਾਕਾ ਨਹੀਂ, ਹੁਣ ਉਸ ਇਲਾਕੇ ਦੇ ਜਿੰਨੀਆਂ ਪੰਚਾਇਤਾਂ ਹੁੰਦੀਆਂ ਸਾਰੀਆਂ, ਜਿੱਥੇ ਜਿਹੜੇ ਜਾਤ ਬਰਾਦਰੀ ਦੀਆਂ ਇੱਥੇ ਪੰਚਾਇਤਾਂ, ਉਹ ਸਾਰੀਆਂ ਪੰਚਾਇਤਾਂ 'ਚ ਇਹ ਵੀ ਇਹ ਬਾਹਰੋਂ ਆਏ ਆ ਬੰਦੇ, ਸਭ ਨੂੰ ਪਤਾ। ਤੇ ਇਸ ਕਰਕੇ ਇਹ ਉੱਥੇ ਇੱਕ ਫੈਕਟ ਹੈ। ਨੂੰ ਦੇਖੋ, ਮੁਸਲਮਾਨ ਵੀ ਸਾਰੇ ਮੁਸਲਮਾਨ ਬਰਾਬਰ ਨਹੀਂ ਹੁੰਦੇ। ਜਦੋਂ ਇੱਥੇ ਸ਼ਾਰਟ ਵਿੱਚ ਮੈਂ ਗੱਲ ਕਰਦਾ, ਜਦੋਂ ਇਬਰਾਹਿਮ ਲੋਧੀ ਆਇਆ, ਨੂਹ ਦੇ ਇਲਾਕੇ ਦੇ ਮੁਸਲਮਾਨਾਂ ਨੇ ਤਾਂ ਇਬਰਾਹਿਮ ਲੋਧੀ ਦਾ ਸਾਥ ਦਿੱਤਾ ਬਾਬਰ ਦੇ ਵਿਰੋਧ 'ਚ। ਇਬਰਾਹਿਮ ਲੋਧੀ ਦੀ ਜਿਹੜੀ ਵੱਡੀ ਫੌਜ ਉਹ ਲੈ ਕੇ ਇੱਥੇ ਪਾਣੀਪਤ ਦੇ ਮੈਦਾਨ 'ਚ ਪਹੁੰਚਿਆ, ਉਹਦੇ ਵਿੱਚ ਇਹ ਨੂਹ ਦੇ ਤੇ ਇਸ ਇਲਾਕੇ ਦੇ ਮੁਸਲਮਾਨ ਵੀ ਸੀਗੇ ਸਾਰੇ। ਤੋ ਇਹ ਜਿਹੜਾ ਬੜਾ ਇਸ ਕਿਸਮ ਦਾ ਜਿਹੜਾ ਇੱਕ ਵੋਟਾਂ ਲਈ ਵੋਟ ਬੈਂਕ ਤਿਆਰ ਕਰਨ ਲਈ ਇੱਕ ਅਦਰ ਤਿਆਰ ਕਰਨਾ ਹੈ, ਇਹ ਸਾਰਾ ਫਿਨੋਮੇਨਾ ਮੈਨੂੰ ਐਂ ਲੱਗਦਾ ਵੀ 100 ਸਵਾ 100 ਸਾਲ 150 ਸਾਲ 19ਵੀਂ ਸਦੀ ਦੇ ਐਂਡ 'ਚ ਤਿਆਰ ਹੋਇਆ, ਸ਼ੁਰੂ ਹੋਇਆ 20ਵੀਂ ਸਦੀ ਵਿੱਚ ਇਹ ਥੋੜਾ ਜਿਹਾ ਪਪੂਲਰਾਈਜ਼ ਕੀਤਾ। ਇਹ ਹੁਣ ਦਾ ਲੇਟੈਸਟ ਫਿਨੋਮੇਨਾ। ਸੁਸਾਇਟੀ ਨੂਹ ਦੀ ਬੜੀ ਪੁਰਾਣੀ ਹੈ ਤੇ ਉੱਥੇ ਉਹ ਬੰਦੇ ਬੈਠੇ ਆ ਨੂਹ ਦੇ ਇਲਾਕੇ ਦੇ ਵਿੱਚ। ਇਹ ਵੀ ਸੀਗਾ ਸਾਰਾ ਇਲਾਕੇ ਵਿੱਚ। ਮਵਾਦ 'ਚ ਗਏ ਜਦੋਂ ਗਾਂਧੀ ਗਏ, ਸਾਰੇ ਗਏ, ਤੇ ਉਹ ਕਹਿੰਦੇ ਬਹੁਤਾ ਉਹਨਾਂ ਤੇ ਪ੍ਰੈਸ਼ਰ ਪਿਆ ਵੀ ਤੁਸੀਂ ਪਾਕਿਸਤਾਨ ਜਾਓ, ਕਹਿੰਦੇ ਅਸੀਂ ਪਾਕਿਸਤਾਨ ਮੰਗੇ ਹੀ ਨਹੀਂ। ਸੋ ਇਸ ਕਰਕੇ ਉਹ ਮੰਗਣ ਵਾਲਿਆਂ 'ਚ ਵੀ ਨਹੀਂ ਸੀ ਤੇ ਰਾਈਟਸ ਕਿੱਥੋਂ ਹੋਣ। ਤਾਂ ਸੋ ਇਹ ਇਹਨਾਂ ਨੂੰ ਸਮਝ ਨਹੀਂ ਆਉਂਦੀ। ਇਸੇ ਕਰਕੇ ਪਹਿਲੀ ਇਹਨਾਂ ਦੀ ਅਟੈਂਪਟ ਹੋ ਗਈ ਫੇਲ। ਹੁਣ ਬੇਸ਼ਰਮ ਹੋਏ, ਕੋਈ ਸ਼ਰਮੋ ਸ਼ਰਮੀ। ਹੁਣ ਫਿਰ 28 ਅਗਸਤ ਨੂੰ ਫੇਰ ਦੁਬਾਰਾ ਸ਼ੁਰੂ ਕਰਨਾ। ਮੈਨੂੰ ਨਹੀਂ ਲੱਗਦਾ ਹੁਣ ਸਿਰੇ ਚੜੇ, ਕਿਉਂਕਿ ਦੂਜੀਆਂ ਫੋਰਸਿਸ ਜਿਹੜੀਆਂ ਵਿਰੋਧੀ ਫੋਰਸਿਸ ਹੈ, ਰੈਜ਼ਿਸਟੈਂਸ ਵਾਲੀਆਂ ਫੋਰਸਿਸ ਆ ਸਮਾਜਿਕ, ਉਹ ਤਕੜੀਆਂ ਹੋ ਗਈਆਂ ਬਹੁਤ। ਰੌਲਾ ਸਾਰਾ ਸਮਾਜ ਦੇ ਤਾਣੇ ਬਾਣੇ ਦਾ। ਸ਼ਹਿਰੀ ਬੰਦੇ ਕਮਿਊਨਲਾਈਜ਼ ਬਹੁਤ ਹੋ ਜਾਂਦੇ, ਜਿਹੜਾ ਸਮਾਜ ਦਾ ਤਾਣਾ ਬਾਣਾ ਤਕੜਾ ਹੁੰਦਾ ਨਹੀਂ, ਸਭ ਇੰਡੀਵਿਜੂਅਲਿਸਟਿਕ ਗੱਲਬਾਤ ਹੁੰਦੀ ਹੈ। ਇਸ ਕਰਕੇ ਇਹ ਸਾਰਾ ਇਹ ਜਿਹੜਾ ਹੁਣ ਨੂਹ ਦੇ ਵਿੱਚ ਹੋਇਆ, ਇਹ ਉੱਤੋਂ ਕਰਾਇਆ ਜਾਂਦਾ। ਨਹੀਂ ਫੜਦੇ ਪੁਲਿਸ ਵਾਲੇ, ਨਹੀਂ ਫੜਨਗੇ, ਤੇ ਇਸ ਕਰਕੇ ਸਾਰੀ ਗੱਲ ਇੱਥੋਂ ਦੇਖੀ ਜਾਊਗੀ। ਤੇ ਇਸੇ ਲੈਵਲ ਤੇ ਜਿਹੜਾ ਆ ਬਜਰੰਗੀ ਵੀ ਫੜਿਆ, ਜਿਹੜਾ ਇਹ ਹਾਈ ਕੋਰਟ ਦੇ ਪ੍ਰੈਸ਼ਰ ਥੱਲੇ ਫੜਿਆ ਗਿਆ। ਇਹ ਗੱਲ ਵੀ ਆਪਾਂ ਨੂੰ ਧਿਆਨ 'ਚ ਰੱਖਣੀ ਚਾਹੀਦੀ ਹੈ। ਉਂਝ ਨਹੀਂ ਫੜਿਆ, ਇਹ ਹਾਈ ਕੋਰਟ ਦਾ ਪ੍ਰੈਸ਼ਰ ਪਿਆ ਬਹੁਤ ਜ਼ਿਆਦਾ। ਪੰਜਾਬ ਹਰਿਆਣਾ ਹਾਈ ਕੋਰਟ ਨੇ, ਹਾਈ ਕੋਰਟ ਦਾ ਪ੍ਰੈਸ਼ਰ ਪਿਆ, ਉਹਦੇ ਥੱਲੇ ਆਇਆ, ਇਹਨਾਂ ਨੂੰ ਫੜਨਾ ਪਿਆ। ਤੇ ਉਹ ਜਿਹੜਾ ਝੂਠਾ ਮੂਠਾ ਜਿਹਾ ਸਾਰਾ ਪੁਲਿਸ ਰਿਮਾਂਡ ਰੱਖਿਆ, ਉਹ ਐਵੇਂ ਚੱਲਦਾ ਸਾਰਾ ਕੁਝ। ਇਹ ਹੈ, ਇਸ ਕਰਕੇ ਸਾਨੂੰ ਇਸ ਪਰਸਪੈਕਟਿਵ ਦੇ ਵਿੱਚ, ਪੋਲੀਟੀਕਲ ਪਰਸਪੈਕਟਿਵ ਦੇ ਵਿੱਚ ਤੇ ਇੱਕ ਹਿਸਟੋਰੀਕਲ ਪਰਸਪੈਕਟਿਵ ਵਿੱਚ ਹਿੰਦੂ ਨੇਸ਼ਨ ਤਿਆਰ ਕਰਨੀ ਹੈ, ਹਿੰਦੂ ਨੈਸ਼ਨਲਿਜ਼ਮ ਤਿਆਰ ਕਰਨਾ ਹੈ ਕਿ ਇੰਡੀਅਨ ਨੈਸ਼ਨਲਿਜ਼ਮ। ਇਹ ਦੋਨਾਂ ਦੀ ਲੜਾਈ ਦਾ ਹੀ
ਝਗੜਾ ਇੱਥੇ। ਕਾਂਗਰਸ ਹਜੇ ਹਿੰਦੂ ਨੈਸ਼ਨਲਿਜ਼ਮ, ਇੰਡੀਅਨ ਨੈਸ਼ਨਲਿਜ਼ਮ ਲਈ ਖੜੀ ਹੈ, ਤੇ ਇਹ ਬੀਜੇਪੀ ਇਹ ਹਿੰਦੂ ਨੈਸ਼ਨਲਿਜ਼ਮ ਲਈ ਹੈ। ਹਾਂਜੀ, ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਕਿਹਾ ਚਾਹਨਾ, ਇਹ ਅਸੀਂ ਦੇਖਦੇ ਹਾਂ ਕਿ ਜਿਹੜਾ ਇੱਕ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਦੋਂ ਬਕਾਇਦਾ ਉੱਥੇ ਬੁਲਡੋਜ਼ਰ ਚਲਾਏ ਗਏ ਘੱਟ ਗਿਣਤੀ ਭਾਈਚਾਰਾ ਜਿਹੜਾ ਸੀਗਾ ਉਹਨਾਂ ਦੇ ਮਕਾਨਾਂ ਤੇ ਦੁਕਾਨਾਂ ਤੇ, ਤਾਂ ਉਸ ਤੋਂ ਬਾਅਦ ਸੂਓ ਮੋਟੋ ਜਿਸ ਤਰ੍ਹਾਂ ਲਿਆ ਗਿਆ, ਤੇ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਵੀ ਕਿਹਾ ਕਿ ਹਾਈ ਕੋਰਟ ਦੇ ਦਬਾਅ ਤੋਂ ਬਾਅਦ ਇਹ ਸਾਰਾ ਕੁਝ ਵਾਪਰਿਆ। ਤੇ ਹਾਈ ਕੋਰਟ ਦੇ ਵਿੱਚ ਜਿਹੜੀ ਗੱਲ ਕਹੀ ਹੈਗੀ ਹੈ ਹਰਿਆਣਾ ਸਰਕਾਰ ਨੇ ਕਿ ਉਹਦੇ ਵਿੱਚ 354 ਲੋਕ ਜਿਹੜੇ ਆ ਕੁੱਲ ਪ੍ਰਭਾਵਿਤ ਹੋਏ ਆ, ਜਿਨ੍ਹਾਂ ਚੋਂ 71 ਤਾਂ ਹੈਗੇ ਆ ਹਿੰਦੂ ਭਾਈਚਾਰੇ ਦੇ, ਤੇ ਬਾਕੀ 283 ਜਿਹੜੇ ਆ ਉਹ ਲੋਕ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਹੈ। ਜੋ ਕੁਝ ਉੱਥੇ ਵਾਇਲੈਂਸ ਹੋਈ ਹੈ, ਜੋ ਕੁਝ ਉੱਥੇ ਹਿੰਸਾ ਹੋਈ ਆ, ਉਹ ਸਾਰੇ ਤੋਂ ਜਿਹੜੇ ਪ੍ਰਭਾਵਿਤ ਹੈ। ਤੇ ਨਾਲ ਦੀ ਨਾਲ ਅਸੀਂ ਦੇਖਦੇ ਹਾਂ, ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀਆਂ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਹੋਰ ਵਧਣ ਦੇ ਸਾਰ ਹੈ, ਜਿਸ ਤਰ੍ਹਾਂ ਸਿੱਧੂ ਸਾਹਿਬ ਕਹਿੰਦੇ ਆ ਕਿ ਵੋਟ ਬੈਂਕ ਤਿਆਰ ਕਰਨ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ, ਤੇ ਜਿਸ ਤਰ੍ਹਾਂ ਫੁੱਟ ਪਾਓ ਤੇ ਰਾਜ ਕਰੋ ਦੀ ਨੀਤੀ ਦੀ ਜਿਹੜੀ ਗੱਲ ਹੋ ਰਹੀ ਹੈ, ਜਿਸ ਤਰ੍ਹਾਂ ਰਾਹੁਲ ਗਾਂਧੀ ਕਹਿ ਰਹੇ ਹੈ ਕਿ ਇਹ ਨਫ਼ਰਤ ਫੈਲਾਈ ਜਾ ਰਹੀ ਹੈ ਸਾਰੇ ਦੇਸ਼ ਦੇ ਵਿੱਚ, ਜਿਹੜਾ ਕੈਰੋਸੀਨ ਸੁੱਟਿਆ ਹੋਇਆ, ਤਾਂ ਉਹ ਸਾਰੇ ਦੇ ਵਿੱਚ ਤੁਸੀਂ ਇਹ ਸਾਰੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ 'ਚ ਇਹ ਘਟਨਾਵਾਂ ਹੋਰ ਵੱਧ ਸਕਦੀਆਂ ਜੇ ਜਿਉਂ-ਜਿਉਂ ਚੋਣਾਂ ਦਾ ਦਿਨ ਨੇੜੇ ਆਉਣਗੇ? ਦੇਖੋ, ਇਹਦੇ 'ਚ ਜਨਰਲ ਸਾਹਿਬ ਦੋ ਗੱਲਾਂ ਧਿਆਨ ਦੇਣ ਯੋਗ ਨੇ। ਇੱਕ ਤਾਂ ਅਸੀਂ ਉਹ ਕਰ ਹਟੇ ਹਾਂ ਕਿ ਸਟੇਟ ਉਹਨਾਂ ਨੂੰ ਕਾਬੂ ਕਰਨ ਦੇ ਲਈ ਕੋਈ ਨਹੀਂ ਲੈ ਰਹੀ ਸੀ ਸਟੈਪ। ਜਦੋਂ ਹੁਣ ਇੱਕ ਵੀ ਕੀਤਾ ਤਾਂ ਦੂਜੀਆਂ ਸੰਸਥਾਵਾਂ ਪਿੱਛੇ ਹਟਣੀਆਂ ਸ਼ੁਰੂ ਹੋ ਗਈਆਂ, ਡਿਸਓਨ ਕਰਨਾ ਸ਼ੁਰੂ ਕਰ ਦਿੱਤਾ। ਇੱਕ ਤਾਂ ਪੁਆਇੰਟ ਇਹ ਸੀ। ਦੂਜਾ, ਜਦੋਂ ਇਹ ਬਲਡੋਜ਼ਰ ਫੇਰਿਆ ਗਿਆ, ਇਹਦੇ ਨਾਲ ਵੀ ਸਟੇਟ ਦੇ ਐਟੀਚਿਊਡ ਦਾ, ਰਵੱਈਏ ਦਾ ਜਾਂ ਪਾਲਿਸੀ ਦਾ ਇੱਕਦਮ ਜਿਹੜਾ ਨਾ ਉਹ ਸਾਹਮਣੇ ਆ ਗਿਆ ਕਿ ਉਹ ਕਿਧਰਲੇ ਪਾਸੇ ਖੜੇ ਆ। ਯਾਨੀ ਇਸ ਟਾਈਮ ਦੇ ਉੱਤੇ ਜਦੋਂ ਇਹ ਘਟਨਾਵਾਂ ਹੋ ਕੇ ਹਟੀਆਂ ਹੋਣ, ਉਸ ਹੀ ਟਾਈਮ ਦੇ ਉੱਤੇ ਬਲਡੋਜ਼ਰ ਦਾ ਉੱਥੇ ਫੇਰਿਆ ਜਾਣਾ, ਤੇ ਫਿਰ ਹਾਈ ਕੋਰਟ ਵੱਲੋਂ ਉਹਦਾ ਸਖਤ ਨੋਟਿਸ ਲੈਣਾ। ਜਿਸ ਬੈਂਚ ਨੇ ਨੋਟਿਸ ਲਿਆ ਸੀ ਉਸ ਬੈਂਚ ਤੋਂ ਕੇਸ ਬਦਲ ਦਿੱਤਾ ਗਿਆ, ਹਨਾ। ਯਾਨੀ ਇਹ ਇੱਕ ਸਟੇਟ ਦੀ ਪਾਲਿਸੀ ਦਾ, ਸਟੇਟ ਦੇ ਐਟੀਚਿਊਡ ਦਾ ਇਹਦੇ ਨਾਲ। ਲੇਕਿਨ ਦੂਜਾ ਜਿਹੜਾ ਬਹੁਤ ਇੰਪੋਰਟੈਂਟ ਪੱਖ ਹੈ ਨਾ, ਜਿਹੜਾ ਮੈਨੂੰ ਨਜ਼ਰ ਆ ਰਿਹਾ, ਉਹ ਜਨਰਲ ਸਾਹਿਬ ਇਹ ਆ ਕਿ ਸਿੱਧੀ ਬੋਲੇ, ਜਿੱਦਾਂ ਇਹਨਾਂ ਨੇ ਖਦਸ਼ਾ ਜ਼ਾਹਰ ਕੀਤਾ ਸਿੱਧੂ ਸਾਹਿਬ ਨੇ, ਔਰ ਉਸ ਨੂੰ ਹੀ ਸਾਹਮਣੇ ਰੱਖ ਕੇ ਜਿਹੜਾ ਕੀਤਾ ਜਾ ਰਿਹਾ ਕਿ ਇਹ ਸਿੱਧੀ ਬੋਲੇ ਹੋ ਜਾਵੇ ਹਿੰਦੂ ਤੇ ਦੂਸਰੀਆਂ ਕਮਿਊਨਿਟੀ ਜਾਂ ਹਿੰਦੂ ਮੁਸਲਮਾਨ ਕ੍ਰਿਸਚੀਅਨ ਵਗੈਰਾ ਇੱਦਾਂ। ਪਰ ਨਜ਼ਰ ਇਹ ਆਉਂਦਾ ਹੈਗਾ, ਸਾਹਮਣੇ ਆਇਆ ਪਿਛਲੇ ਦਿਨਾਂ ਦੇ ਵਿੱਚ ਕਿ ਉਹ ਪਾਲਿਸੀ ਜਿਹੜੀ ਨਾ ਉਹ ਫੇਲ ਹੋਣ ਦੇ ਰਾਹ ਪਈ ਹੋਈ ਹੈ। ਹਿੰਦੂਆਂ ਦਾ ਇੱਕ ਬਹੁਤ ਵੱਡਾ ਹਿੱਸਾ ਉਹਨੇ ਸਟੈਂਡ ਲੈਣਾ ਸ਼ੁਰੂ ਕਰ ਦਿੱਤਾ। ਇੱਕ ਨਵਾਂ ਲਫ਼ਜ਼ ਆ ਰਿਹਾ ਪਿਛਲੇ 2-3 ਦਿਨਾਂ ਤੋਂ ਕਿ ਇਹ ਫਰਜ਼ੀ ਹਿੰਦੂ ਨੇ। ਇਹ ਜਿਨ੍ਹਾਂ ਨੇ ਸਾਰਾ ਇਹ ਫਰਜ਼ੀ ਸ਼ਬਦ ਜੋੜ ਸੈਕਸ਼ਨ ਹੈਗਾ, ਜਿਹੜੇ ਇਸ ਤਰ੍ਹਾਂ ਦੇ ਫਸਾਦ ਨੂੰ ਨਹੀਂ ਚਾਹੁੰਦੇ, ਜਿਹੜੇ ਪਹਿਲਾਂ ਚੁੱਪ ਸੀ, ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਔਰ ਇਹ ਜਿਹੜਾ ਆ, ਇਹ ਪਿਛਲੇ ਦਿਨਾਂ ਦੇ ਸਾਹਮਣੇ ਆਈ ਆ ਗੱਲ ਕਿ ਸ਼ਾਇਦ ਇਹ ਜਿੰਨੇ ਮਰਜ਼ੀ ਉਤਸ਼ਾਹ ਦੇ ਨਾਲ ਕੰਮ ਕਰਨ, ਕਿਹੜੇ ਲੋਕ ਕਰਨ ਕਿ ਇਹਦੀ ਸਿੱਧੀ ਪੋਲਰਾਈਜੇਸ਼ਨ ਹੋ ਜਾਵੇ ਹਿੰਦੂ ਕਮਿਊਨਿਟੀ, ਇਹ ਨਹੀਂ ਹੋਣਾ। ਪਿਛਲੇ ਸਮੇਂ ਦੇ ਵਿੱਚ ਦੇਖਣ 'ਚ ਆਇਆ ਕਿ ਪਿਛਲੇ ਕਾਫੀ ਸਮੇਂ ਤੋਂ, ਮਹੀਨਿਆਂ ਤੋਂ, ਬਲਕਿ ਹੋ ਸਕਦਾ ਇਹ ਤੋਂ ਵੱਧ ਸਮੇਂ ਤੋਂ, ਜਿਹੜੇ ਸਿੱਧੀ ਫਾਈਟ ਦੇ ਰਹੇ ਆ ਨਾ ਇਸ ਜਿਹੜੀ ਨਫ਼ਰਤ ਦੀ ਜਿਹੜੀ ਰਾਜਨੀਤੀ ਆ, ਉਹ ਚਾਹੇ ਉਹ ਸੋਸ਼ਲ ਮੀਡੀਆ ਦੇਖ ਲਓ, ਚਾਹੇ ਉਹ ਇਕੱਠੇ ਹੋ ਕੇ ਬਿਆਨ ਦੇਣ ਵਾਲੇ ਲੋਕ ਦੇਖ ਲਓ, ਉਹਨਾਂ ਦੇ ਵਿੱਚ ਬਹੁਤ ਭਾਰੀ ਗਿਣਤੀ ਜਿਹੜੀ ਨਾ ਹਿੰਦੂ ਕਮਿਊਨਿਟੀ ਦੀ ਹੈ। ਔਰ ਇਸ ਕਰਕੇ ਸਿੱਧੀ ਪੋਲਰਾਈਜੇਸ਼ਨ ਦਾ ਜਿਹੜੀ ਪਾਲਿਸੀ ਆ ਉਹ ਸਫਲ ਹੁੰਦੀ ਜਿਹੜੀ ਨਾ ਨਜ਼ਰ ਆਉਂਦੀ ਨਹੀਂ ਹੈ। ਦੂਸਰਾ ਹੈ ਕਿ ਦੋ ਇਕੱਠ ਹੋਏ ਆ, ਇੱਕ ਪਾਸੇ ਵੀ ਪੰਚਾਇਤਾਂ ਇਕੱਠੀਆਂ ਹੋਈਆਂ ਔਰ ਦੂਜੇ ਪਾਸੇ ਵੀ ਆਪ ਪੰਚਾਇਤਾਂ ਇਕੱਠੀਆਂ ਹੋਈਆਂ, ਜਿਹਦੇ 'ਚ ਇਹ ਕਿਹਾ ਜਾਂਦਾ ਕਿ 2000 ਜਿਹੜੇ ਪੰਚਾਇਤਾਂ ਦੇ ਨੁਮਾਇੰਦੇ ਇਕੱਠੇ ਹੋਏ ਔਰ ਉਹ ਜਿਸ ਤਰ੍ਹਾਂ ਦਾ ਉਹਨਾਂ ਨੇ ਉੱਥੇ ਸਟੈਂਡ ਲਿਆ, ਇਹ ਸ਼ਾਇਦ ਪਿਛਲੀ ਹਿਸਟਰੀ ਦੇ ਵਿੱਚ ਮਤਲਬ ਜਿਹੜੇ ਧਾਰਮਿਕ ਭਾਈਚਾਰਿਆਂ ਦਾ ਇਕੱਠੇ ਹੋ ਕੇ ਸਾਂਝੇ ਮਿਸ਼ਨ ਦੇ ਲਈ ਲੜਨ ਦਾ ਇਤਿਹਾਸ ਤਾਂ ਹੈਗਾ, ਇਹ ਬੜਾ ਪੁਰਾਣਾ ਇਸ ਦੇਸ਼ ਦਾ। ਔਰ ਇਕੱਠੇ ਹੋ ਕੇ ਆਪਣੇ ਸਾਂਝੇ ਜਾਂ ਦੇਸ਼ ਦੇ ਖਿਲਾਫ, ਤਾਕਤਾਂ ਦੇ ਖਿਲਾਫ ਲੜਨਾ, ਆਜ਼ਾਦੀ ਲਈ ਲੜਨਾ, ਔਰ ਇਹ ਤਾਂ ਹੈਗਾ ਕਾਫੀ ਦੇਰ ਤੋਂ। ਲੇਕਿਨ ਇਸ ਤਰ੍ਹਾਂ ਦਾ ਸਟੈਂਡ ਲਿਆ ਜਾਣਾ ਉਸ ਮੀਟਿੰਗ ਤੋਂ ਬਾਅਦ ਕਿ ਖੜਾ ਹੋ ਕੇ ਉਹਨਾਂ ਦਾ ਜਿਹੜਾ ਪ੍ਰਤੀਨਿਧ ਕਹਿੰਦਾ ਹੈ ਕਿ ਹੁਣ ਹੱਥ ਲਾ ਕੇ ਦਿਖਾਓ
ਆ ਖੜੇ ਆ ਮੁਸਲਮਾਨ, ਹਨਾ। ਯਾਨੀ ਇਸ ਤਰ੍ਹਾਂ ਦਾ ਜਿਹੜਾ ਸਿੱਧਾ, ਜਿਹੜਾ ਕਹਿੰਦਾ ਆਪ ਤਾਂ ਮੁਸਲਮਾਨ ਹੀ ਨਾ, ਜਿਹੜਾ ਕਹਿੰਦਾ ਕਿ ਮੁਸਲਮਾਨਾਂ ਨੂੰ ਹੱਥ ਲਾ ਕੇ ਦਿਖਾਓ ਅਸੀਂ ਹੈਗੇ ਆ, ਹਨਾ। ਸੋ ਇਸ ਕਰਕੇ ਉਹ ਜਿਹੜੀ ਨੀਤੀ ਦੇ ਉੱਤੇ ਇਹ ਚੜੇ ਹੋਏ ਸੀਗੇ, ਜਿਨ੍ਹਾਂ ਨੂੰ ਹੁਣ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਹਿੰਦੂ ਫਰਜ਼ੀ ਹਿੰਦੂ ਹੈਗੇ, ਹਨਾ। ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸ਼ਰੇਆਮ ਕੀਤੀਆਂ ਜਾਣ ਲੱਗੀਆਂ, ਔਰ ਇਹ ਇੱਕ ਪੋਜ਼ਿਟਿਵ ਸਾਈਨ ਆ ਕਿ ਫਸਾਦਾਂ ਨੂੰ ਕੰਟੀਨਿਊ ਰੱਖਣਾ ਜਿਹੜਾ ਨਾ, ਜਾਂ ਇਸ ਤਰ੍ਹਾਂ ਦੀ ਉਮੀਦ ਲਾ ਕੇ ਰਾਜਨੀਤੀ ਖੇਡਣੀ ਆ, ਸ਼ਾਇਦ ਬਹੁਤੀ ਦੇਰ ਹੁਣ ਨਾ ਚੱਲੇ। ਮਤਲਬ ਇਹ ਇੱਕ ਉਮੀਦ ਆ, ਔਰ ਇਹਦੀਆਂ ਇੰਡੀਕੇਸ਼ਨਸ ਜਿਹੜੀਆਂ ਨਾ ਸਾਹਮਣੇ ਆ ਰਹੀਆਂ ਆ। ਸੋ ਇਸ ਕਰਕੇ ਮੈਂ ਇਹ ਸੋਚਦਾ ਆ ਕਿ ਵੀ ਇਹ ਜਿਹੜਾ ਟ੍ਰੈਂਡ ਸ਼ੁਰੂ ਹੋਇਆ ਨਾ, ਇਹ ਦਿਨੋਂ ਦਿਨ ਸਟਰੈਂਥਨ ਹੋਏਗਾ। ਹੁਣ ਪਹਿਲ ਹੋ ਗਈ ਆ ਕਿ ਅਸੀਂ ਖੜੇ ਆ, ਹੁਣ ਨਹੀਂ ਅਸੀਂ ਇਦਾਂ ਜਿਹੜਾ ਨਾ ਉਹ ਨਫ਼ਰਤ ਦੀ ਰਾਜਨੀਤੀ ਨਹੀਂ। ਅੱਗੇ ਕੌਣ ਸੀ? ਅੱਗੇ ਇੱਕ ਪੋਲੀਟੀਕਲ ਪਾਰਟੀ ਸੀ, ਉਸ ਪੋਲੀਟੀਕਲ ਪਾਰਟੀ ਦਾ ਲੀਡਰ ਸੀ ਜਿਹੜਾ ਕਹਿੰਦਾ ਸੀਗਾ ਕਿ ਮੈਂ ਮੁਹੱਬਤ ਦੀ ਦੁਕਾਨ ਖੋਲੀ ਆ ਨਫ਼ਰਤ ਦੇ ਬਾਜ਼ਾਰ ਦੇ ਵਿੱਚ। ਉਹ ਇੱਕ ਸੀਗਾ ਰਾਜਨੀਤਿਕ ਸਿੱਧਾ। ਲੇਕਿਨ ਹੁਣ ਕਮਿਊਨਿਟੀ ਲੈਵਲ ਦੇ ਉੱਤੇ, ਸਮਾਜਿਕ ਲੈਵਲ ਦੇ ਉੱਤੇ ਜਿਹੜਾ ਇਹ ਕਹਿਣਾ ਸ਼ੁਰੂ ਕੀਤਾ ਆ ਕੁਝ ਲੋਕਾਂ ਨੇ, ਇਕੱਠੇ ਹੋ ਕੇ, ਇਕੱਠ ਕਰਕੇ, ਰੈਜ਼ੋਲੂਸ਼ਨ ਕਰਕੇ ਕਿ ਅਸੀਂ ਇਹ ਫਸਾਦ ਨਹੀਂ ਹੋਣ ਦੇਣਾ, ਹਨਾ। ਸੋ ਇਸ ਕਰਕੇ ਉਮੀਦ ਲਾਈ ਜਾ ਸਕਦੀ ਆ ਕਿ ਸ਼ਾਇਦ ਦੇਸ਼ ਚੰਗੇ ਪਾਸੇ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਅੱਗੇ ਵੱਧ ਜਾਵੇ। ਉਹਨਾਂ ਦੇ ਸੁਪਨੇ ਨਾ ਸਾਕਾਰ ਹੋਣ, ਜਿਹੜੇ ਉਮੀਦ ਲਾਈ ਬੈਠੇ ਆ ਕਿ ਅਸੀਂ ਸਿੱਧੀ ਡਿਸੀਜਨ ਕਰਕੇ ਸ਼ਾਇਦ ਆਪਣੀ ਰਾਜਨੀਤੀ ਵਿੱਚ ਸਫਲ ਹੋ ਜਾਵਾਂਗੇ। ਜਿਸ ਤਰ੍ਹਾਂ ਸਾਹਿਬ ਚਾਨਾ ਜੀ ਕਹਿ ਰਿਹਾ ਹੈ ਕਿ ਹਿੰਦੂ ਭਾਈਚਾਰੇ ਚੋਂ ਕਾਫੀ ਵੱਡੀ ਗਿਣਤੀ ਇਸ ਗੱਲ ਦੇ ਵਿਰੁੱਧ ਖੜੀ ਹੋ ਗਈ ਹੈ, ਤੇ ਉਹ ਇਹ ਚਾਹੁੰਦੇ ਆ ਕਿ ਇੱਥੇ ਸਦਭਾਵਨਾ ਤੇ ਭਾਈਚਾਰਾ ਜਿਹੜਾ ਸਾਂਝ ਹੈ ਉਹ ਉਸ ਤਰ੍ਹਾਂ ਹੀ ਬਣੀ ਰਹਿਣੀ ਚਾਹੀਦੀ ਹੈ। ਤੇ ਚਾਨਾ ਜੀ ਦੀ ਇਹ ਰਾਏ ਹੈਗੀ ਹੈ, ਜਿਸ ਤਰ੍ਹਾਂ ਉਹ ਕਹਿ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਇਹ ਜਿਹੜੀ ਭਾਵਨਾ ਹੈਗੀ ਹੈ ਇਹ ਹੋਰ ਸਟਰੈਂਥਨ ਹੋਏਗੀ। ਤੁਸੀਂ ਇਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੈਂ ਸਹਿਮਤ ਹਾਂ ਇਹਨਾਂ ਨਾਲ ਇਸ ਗੱਲ ਤੇ ਬਿਲਕੁਲ। ਪਹਿਲੀ ਗੱਲ ਤਾਂ ਇਹ ਵੀ ਜੇ ਕਿਤੇ ਹਿੰਦੂ ਰਾਸ਼ਟਰ ਦੇ ਰਾਤ ਨੂੰ ਰੋਕਣਾ ਹੈ ਤਾਂ ਉਹ ਹਿੰਦੂ ਭਾਈਚਾਰੇ ਨੇ ਰੋਕਣਾ ਹੈ, ਬਾਹਰੋਂ ਆ ਕੇ ਨਹੀਂ ਕਿਸੇ ਨੇ ਰੋਕਣਾ। ਉਹ ਤਾਂ ਉਹਨਾਂ ਨੇ ਰੋਕਣਾ, ਉਹ ਰੋਕ ਰਹੇ ਆ ਉਹ ਸਾਰਾ, ਉਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਤੇ ਇਸ ਕਰਕੇ ਇਹ ਗੱਲ ਐਵੇਂ ਹੋਵੇਗੀ ਤੇ ਕਿਉਂਕਿ ਮਿਨੋਰਿਟੀਆਂ ਦਾ ਬਹੁਤ ਥੋੜੀ ਗਿਣਤੀ 'ਚ ਇੱਥੇ, ਉਹ ਨਹੀਂ ਕਰ ਸਕਦੀਆਂ ਕੁਛ। ਤੇ ਸਵਾਲ ਹੈ ਵੀ ਜੇ ਕੰਟਰੀ ਨੂੰ ਡੈਮੋਕ੍ਰੈਟਿਕ ਰੱਖਣਾ ਹੈ ਤਾਂ ਜ਼ਿੰਮੇਵਾਰ ਮੈਜੋਰਿਟੀ ਕਮਿਊਨਿਟੀ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਡੈਮੋਕ੍ਰੇਸੀ ਇੱਥੇ ਬਹਾਲ ਰੱਖਣੀ ਹੈ, ਜਾਂ ਅਸੀਂ ਡਿਕਟੇਟਰਸ਼ਿਪ ਲਿਆ ਕੇ ਤੇ ਕੁਛ ਜਿਹੇ ਜਿਹੇ ਬੰਦੇ ਅੱਜ ਕੱਲ੍ਹ ਰਾਜ ਕਰਦੇ ਆ, ਇਦੋਂ ਵੀ ਭੈੜੇ ਬੰਦੇ ਰਾਜ ਕਰਨ ਆ ਜਾਣ, ਕਰਪਸ਼ਨ ਆ ਜਾਏ, ਸਾਰਾ ਕੁਛ ਆ ਜਾਏ, ਦੇਖ ਹੀ ਲਿਆ ਸਭ ਨੇ। ਤੇ ਇਹਦੇ 'ਚ ਕੋਈ ਸ਼ੱਕ ਨਹੀਂ, ਪਾਪੂਲੇਸ਼ਨ ਦੀ ਵੱਡੀ ਗਿਣਤੀ ਹਿੰਦੂ ਵੀ ਹੈ ਤੇ ਉਹਨਾਂ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਲਾਈਟਨਡ ਹੈ, ਕਾਫੀ ਵੱਡੀ ਗਿਣਤੀ ਹੈ ਉਹਨਾਂ ਚੋਂ ਹੀ। ਸਾਰੇ ਪੜ੍ਹੇ ਲਿਖੇ, ਸਾਰੇ ਬਹੁਤ ਸੁਲਝੇ ਬੰਦੇ ਆ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸਵਾਲ ਇਹ ਹੁੰਦਾ ਹੈ ਵੀ ਸਵਾਲ ਹੈ ਤੁਹਾਨੂੰ, ਤੁਹਾਡੀ ਕਮਿਊਨਿਟੀ ਨੂੰ ਰੋਕਣਾ ਪੈਂਦਾ, ਕਮਿਊਨਿਟੀ ਨੂੰ ਹੀ ਅੱਗੇ ਆਉਣਾ ਪੈਂਦਾ। ਅਸੀਂ ਸਿੱਖਾਂ ਦੇ ਕੇਸ 'ਚ ਦੇਖੀਏ ਵੀ ਸਿੱਖਾਂ ਦੀ ਜੇ ਰਾਜਨੀਤੀ ਸਿੱਧੀ ਹੋਣੀ ਹੈ ਤਾਂ ਉਹਨਾਂ ਵਿੱਚ ਸਿੱਖ ਸੰਸਥਾਵਾਂ ਨੂੰ ਜਾਂ ਸਿੱਖਾਂ ਦਾ ਜਿਹੜਾ ਅਵੇਕਨਡ ਸੈਕਸ਼ਨ ਹੈ ਉਹਨੂੰ ਅੱਗੇ ਆਉਣਾ ਪਊਗਾ। ਤੇ ਨਹੀਂ ਤਾਂ ਫਿਰ ਇੱਕ ਤਾਂ ਨਾਰਾ ਲਾ ਕੇ ਤੇ ਨਾਰਿਆਂ ਦੇ ਆਲੇ ਦੁਆਲੇ ਘੁਮਾਈ ਜਾਂਦੇ ਆ, 30-40 ਸਾਲ ਹੋ ਗਏ ਆ, ਉੱਥੇ ਹੀ ਘੁਮਾਈ ਜਾਣਗੇ ਸਾਰੀ ਗੱਲ ਨੂੰ। ਤੋ ਇਸ ਕਰਕੇ ਇਹ ਹਮੇਸ਼ਾ ਹੁੰਦਾ, ਰਾਸ਼ਟਰ ਦੀ ਜਿਹੜੀ ਪੋਲਿਟਿਕਸ ਆ ਉਹ ਬੜੀ ਇਮੋਸ਼ਨਲ ਹੁੰਦੀ ਹੈ। ਕੋਈ ਵੀ ਰਾਸ਼ਟਰ ਹੈ, ਕਿਸੇ ਧਰਮ ਦੇ ਨਾਂ ਤੇ ਰਾਸ਼ਟਰ ਬਣਾਉਣਾ, ਤੇ ਉਹ ਹਿੰਦੂ ਰਾਸ਼ਟਰ ਵੀ ਆਪਣੇ ਆਪ 'ਚ ਬੜਾ ਇਮੋਸ਼ਨਲ ਗੱਲਬਾਤ ਹੈ। ਵੋਟਾਂ ਤਾਂ ਇਕੱਠੀਆਂ ਉਹਨੇ ਕਈ ਸਾਲ ਤੱਕ ਕਰਤੀਆਂ। ਇੱਧਰ ਵੀ ਸਿੱਖ ਛੋਟਾ ਜਿਹਾ ਭਾਈਚਾਰਾ, ਇਹਦੇ 'ਚ ਵੀ ਪੋਲਿਟਿਕਸ ਇਸੇ ਰਾਸ਼ਟਰ ਦੇ ਨਾਂ ਤੇ ਚੱਲਦੀ ਰਹੀ ਹੈ, ਪਰ ਹੁਣ ਨਹੀਂ ਚੱਲਦੀ। ਸਾਰੇ ਗੱਲ ਹੈ ਉਧਰ ਤਾਂ ਕਾਫੀ ਸਿਆਣੇ, ਇੱਧਰ ਵੀ ਕਾਫੀ ਲੋਕ ਸਿਆਣੇ ਹੋ ਗਏ ਆ। ਤੇ ਇੱਕ ਗੱਲ ਜ਼ਰੂਰ ਹੈ ਵੀ ਇਹ ਇਸ ਕਿਸਮ ਦੀ ਰੈਜ਼ਿਸਟੈਂਸ ਹੋ ਜਾਣੀ, ਉਹ ਹੋਣੀ ਵੀ ਦਿੱਲੀ ਦੇ ਆਲੇ ਦੁਆਲੇ, ਕਿਉਂਕਿ ਦਿੱਲੀ ਦੇ ਆਲੇ ਦੁਆਲੇ ਹੋਣ ਦਾ ਵੈਸੇ ਵੀ ਸਿੱਧਾ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਦਿੱਲੀ ਹੀ ਮਤਲਬ ਦੇਸ਼ ਦੀ ਰਾਜਧਾਨੀ ਹੈ, ਤੇ ਉੱਥੇ ਹੀ ਜਿਹੜੀਆਂ 2016 ਤੋਂ ਲੈ ਕੇ 2020 ਤੱਕ 3400 ਘਟਨਾਵਾਂ ਹੋਈਆਂ ਫਿਰਕੂ ਹਿੰਸਾ ਦੀਆਂ। ਉਹ ਵੇਖੋ, ਇਹ ਫਿਰਕੂ ਹਿੰਸਾ ਦੇ ਨੂੰ ਕਰਵਾਇਆ ਜਾਂਦਾ ਹੈ ਤੇ ਉਹਨਾਂ ਉੱਤੇ ਐਕਸ਼ਨ ਨਹੀਂ ਕੀਤਾ ਜਾਂਦਾ, ਜਾਂ ਕਰਨ ਵਾਲੇ ਬੰਦਿਆਂ ਨੂੰ ਪ੍ਰਵੋਕ ਕਰਕੇ ਸ਼ੈਲਟਰ ਦਿੱਤੀ ਜਾਂਦੀ ਹੈ। ਇਹ ਇਸੇ ਤਰੀਕੇ ਨਾਲ ਹੋ ਜਾਂਦੀਆਂ। ਆ ਹੁਣ ਮੈਦਾਨ 'ਚ ਹੋਈਆਂ, ਸਮਾਜਿਕ ਤੇ ਜਿਹੜਾ ਕਲਚਰਲ ਮੈਦਾਨ ਹੈ ਵਿਵਾਦ ਦਾ, ਉਹਦੇ 'ਚ ਫੇਲ ਹੋ ਗਏ। ਇਹ ਸ਼ਹਿਰੀ ਇਲਾਕੇ ਦੇ ਵਿੱਚ, ਦਿੱਲੀ ਦੇ ਵਿੱਚ ਕਰਵਾ ਸਕਦੀਆਂ ਸਰਕਾਰਾਂ, ਸਭ ਕੁਝ ਕਰਵਾ ਦਿੰਦੀਆਂ ਹੁੰਦੀਆਂ, ਉੱਥੇ ਪੁਲਿਸ ਵੀ ਸਾਰਾ ਕੁਝ ਮੈਨੇਜ ਹੋ ਜਾਂਦਾ। ਬਾਹਰ ਮੈਨੇਜ ਨਹੀਂ ਹੁੰਦਾ ਖੁੱਲੇ ਮੈਦਾਨ ਦੇ ਵਿੱਚ। ਇਹ ਹੁਣ ਖੁੱਲੇ ਮੈਦਾਨ ਦੇ ਵਿੱਚ ਟੈਸਟ ਹੈ, ਇਹ ਹੋ ਗਿਆ ਸਾਰਾ ਭਾਜਪਾ ਦਾ ਟੈਸਟ ਹੋ ਗਿਆ ਵੀ ਤੁਸੀਂ ਹੁਣ ਕੱਢ ਕੇ ਦਿਖਾਓ ਸਾਰਾ। ਸ਼ਾਇਦ ਜੇ ਇਹ ਸਾਰੀ ਗੱਲ ਐ ਪੋਜ਼ਿਟਿਵ ਚੱਲਦੀ ਰਹੀ
चलती रही पॉजिटिव। मैनू लगता है कि अगली वार ਨੂੰ ਇਹਨਾਂ ਨੂੰ ਜਿਹੜਾ ਧਾਰਮਿਕ ਜਲੂਸ ਕੱਢਣਾ ਵੀ ਮੁਸ਼ਕਲ ਹੋ ਜਾਏਗਾ। ਉੱਥੇ ਸੋਚ ਕੇ ਜਾਣਗੇ ਸਾਰੇ ਤੇ ਉਹ ਰੈਜ਼ਿਸਟੈਂਸ, ਅੱਗੇ ਰੈਜ਼ਿਸਟੈਂਸ ਮਿਲਦੀ ਨਹੀਂ ਸੀ ਤੇ ਉਹ ਸਾਰਾ ਕੁਝ ਕਰੀ ਜਾਂਦੇ ਸੀ। ਪਿੱਛੋਂ ਸਮਾਂ ਤੋਂ ਹੱਲਾਸ਼ੇਰੀ ਮਿਲਦੀ ਸੀ ਤੇ ਪੈਟਰਨਾਈਜੇਸ਼ਨ ਸੀ ਤੇ ਸਪੋਰਟ ਸੀ ਸਟੇਟ ਦੀ, ਸਰਕਾਰਾਂ ਦੀ। तो ਹੁਣ ਥੋੜਾ ਜਿਹਾ ਫਰਕ ਪਏਗਾ। ਇਹ ਸਾਰੀ ਗੱਲ, ਇਹ ਜਿਹੜਾ ਇਸ ਕਿਸਮ ਦੀ ਪੋਲਿਟਿਕਸ ਚੱਲਦੀ ਸੀਗੀ ਉਹਦਾ ਐਂਡ ਹੋ ਗਿਆ, ਅਖੀਰ ਹੋ ਗਿਆ। ਇਸ ਕਿਸਮ ਦੀ ਧਾਰਮਿਕ ਨਾਂ ਤੇ ਵੋਟ ਬੈਂਕ ਇਕੱਠਾ ਕਰਨਾ, ਵੋਟਾਂ ਖੜੀਆਂ ਕਰਨੀਆਂ ਬੜਾ ਲੰਬਾ ਸਮਾਂ ਹੋ ਗਿਆ ਤੇ ਇਹਦੇ ਤੋਂ ਲੋਕ ਕੌਨਸ਼ੀਅਸ ਵੀ ਹੋ ਗਏ। ਬੜੀ ਐਨ ਲੋਕਾਂ ਦੇ ਹੁਣ ਇਹ ਨਹੀਂ ਹੈ ਵੀ ਕਿਤੇ ਪਤਾ ਨਹੀਂ ਨਾ, ਇੱਥੇ ਪੰਜਾਬ 'ਚ ਵੀ ਪਤਾ, ਹਰਿਆਣੇ 'ਚ ਵੀ ਪਤਾ, ਕਿਸਾਨ ਜਥੇਬੰਦੀਆਂ ਨੂੰ ਵੀ ਪਤਾ, ਉਹਨਾਂ ਕੋਲ ਸਟਰੈਂਥ ਹੈ ਤੇ ਉਹਨਾਂ ਦੀ ਪ੍ਰੋਬਲਮ ਬਣੀ ਰਹਿਣੀ ਹੈ। ਕਿਸਾਨ ਜਥੇਬੰਦੀਆਂ ਦੀ ਲੜਾਈ ਹਮੇਸ਼ਾ ਰਹਿਣੀ ਹੈ ਤੇ ਉਹ ਜਥੇਬੰਦੀਆਂ ਵੀ ਰਹਿਣਗੀਆਂ ਤੇ ਉਹ ਸਮਾਜ ਦੇ ਤਾਣੇ ਬਾਣੇ ਨੂੰ ਕਾਇਮ ਰੱਖਣਗੀਆਂ। ਇਹ ਬਹੁਤ ਆਪਣੇ ਆਪ 'ਚ ਸ਼ੁਭ ਸਗਨ ਹੈ ਤੇ ਬਹੁਤ ਵੱਡਾ ਚੰਗਾ ਲੱਛਣ ਹੈ ਇਹ ਸਾਰਾ। ਇਸ ਕਰਕੇ ਮੈਂ ਚਾਣਾ ਜੀ ਨਾਲ ਫਿਰ ਦੁਬਾਰਾ ਕਹਿੰਦਾ ਵੀ ਸਹਿਮਤ ਹੈ ਤੇ ਇਹ ਹੋ ਰਿਹਾ ਇੰਡੀਕੇਸ਼ਨ ਇਹ ਮਿਲ ਰਹੀ ਹੈ ਵੀ ਦੇਸ਼ ਸ਼ਾਇਦ ਬਚ ਜਾਊਗਾ ਤੇ ਇਸ ਕਿਸਮ ਦੀ ਜਿਹੜਾ ਹਿੰਦੂਤਵ ਦੀ ਜਿਹੜੀ ਉਹ ਅੱਗ ਹੈ ਉਹਦੇ ਵਿੱਚ ਨਹੀਂ ਝੋਕਿਆ ਜਾਏਗਾ। ਚਾਣਾ ਜਿਸ ਤਰ੍ਹਾਂ ਸਿੱਧੂ ਸਾਹਿਬ ਕਹਿੰਦੇ ਆ ਕਿ ਧਰਮ ਦੇ ਨਾਂ ਤੇ ਰਾਜਨੀਤੀ ਕਰਨ ਵਾਲੀਆਂ ਜਿਹੜੀਆਂ ਤਾਕਤਾਂ ਉਹਨਾਂ ਦੀ ਇਹ ਨੀਤੀ ਨੂੰ ਹੁਣ ਬੜੀ ਵੱਡੀ ਸੱਟ ਪੈ ਰਹੀ ਹੈ, ਕਮਜ਼ੋਰ ਹੋ ਰਹੀਆਂ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇੱਕ ਪਾਸੇ ਤਾਂ ਇੰਡੀਅਨ ਰਾਸ਼ਟਰਵਾਦ ਹੈ, ਦੂਸਰੇ ਪਾਸੇ ਹੈਗਾ ਹਿੰਦੂ ਰਾਸ਼ਟਰਵਾਦ। ਇਹਨਾਂ ਦੋਨਾਂ 'ਚ ਜਿਹੜੀ ਇਸ ਵੇਲੇ ਟਕਰਾਅ ਹੈਗਾ ਉਹਦੇ ਵਿੱਚ ਜਿਹੜੀਆਂ ਇਹ ਫੋਰਸਸ ਹੈਗੀਆਂ ਇੰਡੀਅਨ ਰਾਸ਼ਟਰ ਵਾਲੀਆਂ ਇਹ ਮਜ਼ਬੂਤ ਹੋ ਰਹੀਆਂ। ਤੁਸੀਂ ਇਹਦੇ ਬਾਰੇ ਸੰਖੇਪ ਟਿੱਪਣੀ, ਕਿਉਂਕਿ ਆਪਣਾ ਸਮਾਂ ਵੀ ਸਮਾਪਤੀ ਵੱਲ ਵੱਧ ਰਿਹਾ। नहीं, मेरा ख्याल है जनरल साहब के संभावना पैदा हो रही है ना भी एकदम जिदा भी क्लीयर हो गया, शिफ्ट नजर आ रही है जिदे स्ट्रेंथन होने ਦੀਆਂ ਸੰਭਾਵਨਾਵਾਂ ਜਿਹੜੀਆਂ ਨਾ ਕਾਫੀ ਉਜਾਗਰ ਨੇ। ਲੱਗਦਾ ਹੈ ਕਿ ਦਬਿਆ ਹੋਇਆ ਸੀਗੀਆਂ ਭਾਵਨਾਵਾਂ ਇਹੋ ਜੀਆਂ ਕਿ ਗਲਤ ਹੋ ਰਿਹਾ ਪਰ ਉਹ ਸਾਹਮਣੇ ਨਹੀਂ ਸੀ ਆ ਰਹੀਆਂ ਹਨਾ। ਉਹ ਕਿੱਡਾ ਕੁ ਵੱਡਾ ਸੈਕਸ਼ਨ ਹੈਗਾ ਆ ਉਹ ਹੁਣ ਸਾਹਮਣੇ ਆਉਣਾ ਸ਼ੁਰੂ ਹੋਇਆ ਕਿ ਲੋਕ, ਔਰ ਇਹ ਆ ਕਿ ਇਹ ਦੇਸ਼ ਦੇ ਵਿੱਚ ਜਿਹੜਾ ਐਡੀ ਵੱਡੀ ਕਮਿਊਨਿਟੀ ਹੈਗੀ ਆ ਉਹਦੇ ਅੰਦਰ ਬਹੁਤ ਭਾਰੀ ਸੈਕਸ਼ਨ ਜਿਹੜਾ ਨਾ ਉਹ ਸੈਕੂਲਰ ਫੀਲਿੰਗ ਵਾਲਾ ਹੈਗਾ ਔਰ ਬਹੁਤ ਉਹਦੇ ਮੁਕਾਬਲੇ ਦੇ ਵਿੱਚ, ਲੇਕਿਨ ਉਹ ਐਕਟਿਵ ਬਹੁਤ ਆ। ਜਿਹੜਾ ਦੂਸਰਾ ਹੈਗਾ ਉਹ ਐਕਟਿਵ ਬਹੁਤ ਆ ਤੇ ਆਰਗੇਨਾਈਜ਼ਡ ਹੈਗਾ। ਤੇ ਦੂਸਰੇ ਜਿਹੜੇ ਆ ਹੁਣ ਜਦੋਂ ਪਲੇਟਫਾਰਮ ਮਿਲਣਾ ਸ਼ੁਰੂ ਹੋਇਆ ਤਾਂ ਉਹ ਇਕੱਠੇ ਹੋਣੇ ਸ਼ੁਰੂ ਹੋਏ ਆ। ਇਸ ਕਰਕੇ ਸੰਭਾਵਨਾਵਾਂ ਬੜੀਆਂ ਉਜਾਗਰ ਨਜ਼ਰ ਆਉਂਦੀਆਂ। ਇੱਕ ਪੁਆਇੰਟ ਹੋਰ ਇਹਦੇ 'ਚ ਜੋੜ ਦਈਏ ਕਿ ਜਿਹੜੀ 28 ਤਰੀਕ ਦਾ ਐਲਾਨ ਕੀਤਾ ਗਿਆ ਹੋਇਆ ਨਾ ਉਹਦੇ ਵਿੱਚੋਂ 28 ਅਗਸਤ ਦਾ ਕਿ ਦੁਬਾਰਾ ਫੇਰੇ ਕਰਾਂਗੇ, ਪਰ ਉਹ ਜਿਸ ਤਰ੍ਹਾਂ ਕਿ ਭੈ ਜਿਹਾ ਕ੍ਰੀਏਟ, ਉਹਦੇ ਵਿੱਚੋਂ ਕੁਝ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਕਿ ਅਸੀਂ ਹੁਣ ਇਹੋ ਜਿਹੇ ਬੰਦਿਆਂ ਨੂੰ ਨਹੀਂ ਵਿੱਚ ਆਉਣ ਦੇਣਾ। ਜਾਣੀ ਬਜਰੰਗੀ ਵਰਗੇ ਤੇ ਮਾਨੇਸਰ ਵਰਗੇ ਜਿਹੜੇ ਬੰਦੇ ਨਾ, ਏਦਾਂ ਦੀਆਂ ਕੁਝ ਆਵਾਜ਼ਾਂ, ਮਤਲਬ ਇੱਕ ਜੁੱਟ ਨਹੀਂ ਕਿ ਵੀ ਉਹ ਆਰਗੇਨਾਈਜ਼ ਕਰਨ ਵਾਲਿਆਂ ਨੇ ਕਹਿ ਦਿੱਤਾ ਕਿ ਨਹੀਂ, ਲੇਕਿਨ ਉਹਦੇ ਵਿੱਚੋਂ ਕਿ ਹੋ ਸਕਦਾ ਆ ਕਿ ਇਹੋ ਜਿਹੇ ਜੇ ਸੂਝਵਾਨ ਲੋਕਾਂ ਨੇ ਇਹ ਕੰਮ ਕਰਨਾ ਹੋਇਆ ਤਾਂ ਇਹ ਮੋੜਾ ਵੀ ਸਾਬਤ ਹੋ ਸਕਦਾ ਆ ਕਿ ਇੱਕ ਸਦਭਾਵਨਾ ਦੀ ਫੀਲਿੰਗ ਦੁਬਾਰਾ ਆਉਣੀ ਸ਼ੁਰੂ ਹੋਵੇ ਜਿੱਦਾਂ ਪਹਿਲਾਂ ਹੁੰਦਾ। ਪਰ ਇਹ ਆ ਕਿ ਜੇ ਆਰਗੇਨਾਈਜ਼ ਕਰਕੇ ਕੀਤਾ ਜਾ ਰਿਹਾ ਕਿ ਨਹੀਂ, ਪਹਿਲਾਂ ਪ੍ਰਵੋਕ ਨਹੀਂ ਕੀਤਾ ਜਾ ਸਕਿਆ, ਹੁਣ ਦੁਬਾਰਾ ਕਰਾਂਗੇ ਤਾਂ ਉਹਦੇ ਰਿਜ਼ਲਟ ਹੋਰ ਵੀ ਮਾੜੇ ਨਿਕਲਣਗੇ। ਪਰ ਇਦਾਂ ਦੀਆਂ ਆਵਾਜ਼ਾਂ ਆਈਆਂ, ਸੁਣਾਈ ਦਿੱਤੀਆਂ ਆ ਕਿ ਉਹਨਾਂ ਨੂੰ ਨਹੀਂ ਅਸੀਂ ਇਹਦੇ 'ਚ ਆਉਣ ਦੇਣਾ ਜਿਨ੍ਹਾਂ ਨੇ ਪਹਿਲਾਂ ਇਹ ਖੱਪ ਨੂੰ ਦਾ ਬੇਸ ਬਣਾਇਆ ਸੀ। ਸੋ ਮੈਂ ਇਹ ਕਹਿਣਾ ਆ ਕਿ ਇਹ ਜਿਹੜਾ ਮਾਹੌਲ ਕ੍ਰੀਏਟ ਹੋ ਰਿਹਾ ਆ ਚੰਗੇ ਪਾਸੇ ਜਾਣ ਵਾਲਾ, ਇਹ ਸਟਰੈਂਥ ਹੁਣ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆਉਂਦੀਆਂ ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਆ ਜਿਹੜੇ ਚਾਹੁੰਦੇ ਆ ਕਿ ਫਿਰਕੂ ਸਦਭਾਵਨਾ ਮੁੜ ਕੇ ਫਿਰ ਬਹਾਲ ਹੋਵੇ ਇਸ ਦੇਸ਼ ਦੇ ਵਿੱਚ। ਪਰ ਉਹ ਅਜੇ ਪੈਸਿਵ ਹੈਗੇ ਆ, ਐਕਟਿਵ ਨਹੀਂ ਹੈਗੇ, ਐਕਟਿਵ ਹੋ ਰਹੇ ਆ। ਇਸ ਕਰਕੇ ਲੱਗਦਾ ਹੈ ਕਿ ਸੰਭਾਵਨਾ ਹੈ। ਸਿੱਧੂ ਸਾਹਿਬ ਤੁਹਾਡੀ ਇਹਦੀ ਸੰਖੇਪ ਟਿੱਪਣੀ ਕੋਈ ਹੋਵੇ ਤਾਂ ਆਖਰੀ ਸਮਾਂ ਸਮਾਪਤ ਆਪਣਾ। ਆਖਰੀ ਗੱਲ ਇਹੀ ਹੈ ਵੀ ਜੇ ਇੰਡੀਅਨ ਪੁਰਾਣੀ ਹਿਸਟਰੀ 'ਚ ਵੀ ਜੇ ਬੁੱਧ ਨੂੰ ਇੱਥੋਂ ਕੱਢਿਆ ਤਾਂ ਫਿਰ ਰਾਜਿਆਂ ਨੇ ਜੇ ਸ਼ੰਕਰਾਚਾਰੀਆ ਦੀ ਮਦਦ ਕੀਤੀ ਹੈ, ਸੱਤਾ ਦੇ ਜ਼ੋਰ ਨਾਲ ਹੀ ਉਹਨੂੰ ਕੱਢਿਆ ਸੀਗਾ। ਸੱਤਾ ਦੇ ਜ਼ੋਰ ਨਾਲ ਹੀ ਚੀਜ਼ਾਂ ਇੱਥੇ ਖੜੀਆਂ ਹੁੰਦੀਆਂ ਤੇ ਜਿਹਨੂੰ ਸੱਤਾ ਪੈਟਰਨਾਈਜ਼ ਕਰਦੀ ਆ ਉਹ ਫੈਲ ਜਾਂਦਾ। ਚਲੋ ਇਹ ਵੀ ਹੋਇਆ ਕਾਫੀ ਦੂਰ ਤੱਕ। ਹੁਣ ਸਵਾਲ ਹੈ ਵੀ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਹੁਣ ਜ਼ਿਆਦਾ ਅੱਗੇ ਕੋਈ ਰਬੜ ਨੂੰ ਖਿੱਚੋ, ਉਹਦੀ ਇਲਾਸਟਿਸਿਟੀ ਦੀ ਵੀ ਇੱਕ ਹੱਦ ਹੁੰਦੀ ਹੈ। ਸਮਾਜ ਨੂੰ ਬਹੁਤ ਖਿੱਚ ਲਿਆ, ਬੜਾ ਮਿਲਕਿੰਗ ਬੜੀ ਕਰ ਲਈ ਹੈ ਹਿੰਦੂਤਵ ਫੋਰਸਿਸ ਨੇ। ਹਾਂ, ਇਹ ਹੁਣ
ਸਿਰਫ ਉਦੋਂ ਜਦੋਂ ਚਾਣਾ ਜੀ ਨੇ ਕਿਹਾ ਐਕਟਿਵ ਬਹੁਤ ਹੁੰਦੇ ਆ, ਇਹ ਐਕਟਿਵ ਹੁਣ ਤਾਂ ਹੋਇਆ ਜਦੋਂ ਇਹਨਾਂ ਕੋਲ ਸੱਤਾ ਆ ਜਾਂਦੀ ਹੈ, ਸੱਤਾ ਨਾਲ ਐਕਟਿਵ ਹੋਇਆ ਹੈ ਹਮੇਸ਼ਾ, ਜਿੱਥੋਂ ਵੀ ਆਇਆ ਸ਼ੰਕਰਚਾਰੀਆ ਤੋਂ ਲੈ ਕੇ ਹੁਣ ਤੱਕ। ਇਹ ਸੱਤਾ ਹੁਣ ਹੈਗੀ ਇਹਨਾਂ ਕੋਲੇ, ਉਹਦੇ ਚ ਬਹੁਤ ਜ਼ਿਆਦਾ ਐਕਟਿਵ ਹੈ ਤੇ ਉਹ ਸੱਤਾ ਦੇ ਵਰਤ ਕਰਦੇ ਆ, ਸੱਤਾ ਉਹਨਾਂ ਨੂੰ ਤੋਰਦੀ ਹੈ ਇਸ ਪਾਸੇ ਨੂੰ। ਤੇ ਬਾਕੀ ਇੱਥੇ ਕਦੇ ਵੀ ਇੰਡੀਆ ਵਿੱਚ ਇਸ ਕਿਸਮ ਦੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਮੋਟੇ ਲੈਵਲ ਤੇ ਅਸੀਂ ਕਹਿ ਦਈਏ ਵੀ 1857 ਤੋਂ ਪਹਿਲਾਂ ਇਸ ਕਿਸਮ ਦੀ ਕੋਈ ਫੀਲਿੰਗ ਨਹੀਂ ਹੈ ਵੀ ਰਿਲੀਜਨ ਲੈਵਲ ਤੇ ਕੋਈ ਅਸੀਂ ਲੜਾਈਆਂ ਲੜਨੀਆਂ ਜਾਂ ਸੱਤਾ ਲੈਣੀ ਹੈ। ਰਾਜਾ ਨੇ ਸਾਰਿਆਂ ਨੇ ਇੱਕ ਦੂਜੇ ਦੇ ਉਹਦੇ ਸਾਰੇ ਫੌਜੀ ਹਿੰਦੂ ਮੁਸਲਮਾਨ ਸਭ ਇੱਥੋਂ ਦੇ ਲੋਕਲ ਇਕੱਠੇ ਹੁੰਦੇ ਸੀਗੇ ਤੇ ਆਉਣ ਵਾਲਿਆਂ ਦੇ ਵੀ ਇਕੱਠੇ ਹੀ ਸੀ, ਜਿਨ੍ਹਾਂ ਨੇ ਹਮਲੇ ਕੀਤੇ ਉਹਨਾਂ ਨੇ ਵੀ ਦੋਨੋਂ ਪਾਸਿਆਂ ਦੇ ਭਰਤੀ ਕੀਤੇ ਸੀ। ਇਸ ਕਰਕੇ ਇਸ਼ੂ ਹੀ ਸਾਰਾ 1857 ਤੋਂ ਜਾਂ ਮੋਟੇ ਲੈਵਲ ਤੇ 1860 ਤੋਂ ਬਾਅਦ ਹੀ ਖੜਾ ਹੋਇਆ। ਇਸ ਕਿਸਮ ਦਾ ਵੰਡ ਕਰਕੇ ਸਾਰਾ ਕੁਝ ਕਰਨਾ, ਇਹ ਹੁਣ ਬਹੁਤ ਚੱਲ ਗਿਆ, ਇਹਦਾ ਐਂਡ ਆ ਗਿਆ ਤੇ ਹੁਣ ਖਤਮ ਹੋਏਗਾ ਸਾਰਾ। ਮੈਨੂੰ ਤੇ ਇਹ ਪੂਰਾ ਇਹਦੇ ਤੇ ਵਿਸ਼ਵਾਸ ਹੈ ਇਸ ਗੱਲ ਤੇ। ਹਾਂਜੀ, ਇੱਥੇ ਅਸੀਂ ਆਪਣਾ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਔਰ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ, ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਤੇ ਜੇ ਇਸ ਪ੍ਰੋਗਰਾਮ ਬਾਰੇ, ਇਸ ਗੱਲਬਾਤ ਬਾਰੇ ਤੁਹਾਡੀ ਕੋਈ ਟਿੱਪਣੀ ਹੋਵੇ, ਤੁਹਾਡੀ ਕੋਈ ਰਾਏ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ, YouTube ਦੇ ਕਮੈਂਟ ਬਾਕਸ ਤੇ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸਿੱਧੂ ਸਾਹਿਬ, ਚਾਨਾ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ।